ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿਲੰਗ ਮਹੱਲਾ 9ਵਾਂ ਕਾਫੀ ਇੱਕੋ ਸਤਿਗੁਰ ਪ੍ਰਸਾਦ। चेतना है तो चेत ले, निस दिन में प्राणी। चेतना है तो चेत ले, निस दिन में प्राणी। ये बाणी नौवीं पातशाही श्री गुरु तेग बहादुर जी महाराज दी है। गुरु साहब जी बड़े प्यार दे नाल फरमा रहे ने, चेतना है तो चेत लै, निस दिन मैं प्राणी। ਜਿਹੜੀ ਚੀਜ਼ ਨੂੰ ਅਸੀਂ ਭੁੱਲੇ ਹੋਏ ਹਾਂ, ਸਾਨੂੰ ਗੁਰੂ ਸਾਹਿਬ ਜੀ ਯਾਦ ਕਰਵਾ ਰਹੇ ਬਾਣੀਆਂ ਦੁਆਰਾ। ਤੂੰ ਚੇਤਾ ਕਰ ਤੂੰ ਮਾਲਕ ਨੂੰ, ਜਿਹੜਾ ਗਰਭ ਵਿੱਚ ਵਾਅਦਾ ਕੀਤਾ ਸੀ, ਇੱਥੇ ਦੁਨੀਆ 'ਚ ਆ ਕੇ ਅਸੀਂ ਭੁੱਲ ਗਏ ਹਾਂ। ਔਰ ਗੁਰੂ ਸਾਹਿਬ ਜੀ ਯਾਦ ਕਰਵਾ ਰਹੇ ਨੇ ਕਿ ਤੂੰ ਉਸ ਨੂੰ ਚੇਤਾ ਕਰ। ਨਿਸ ਦਿਨ ਮੈਂ ਪ੍ਰਾਣੀ। ਨਿਸ ਦਿਨ ਦਾ ਮਤਲਬ ਰੋਜ਼, ਦਿਨ ਔਰ ਰਾਤ ਉਸ ਮਾਲਕ ਨੂੰ ਯਾਦ ਕਰ। ਜਦੋਂ ਗਰਭ ਵਿੱਚ ਬੱਚਾ ਹੁੰਦਾ ਹੈ, ਉਲਟਾ ਲਟਕਿਆ ਹੁੰਦਾ ਹੈ, ਉਸ ਵੇਲੇ ਨਰਕ ਵਿੱਚ ਪਿਆ ਹੁੰਦਾ, ਉਸ ਵੇਲੇ ਫਰਿਆਦ ਕਰਦੀ ਆਤਮਾ, ਇੱਕ ਵਾਰ ਮੈਨੂੰ ਇੱਥੋਂ ਕੱਢੋ ਤੁਸੀਂ ਬਾਹਰ, ਮੈਂ ਤੁਹਾਡਾ ਹੀ ਨਾਮ ਲਵਾਂਗਾ। ਲੇਕਿਨ ਜਦੋਂ ਦੁਨੀਆ ਵਿੱਚ ਜੀਵ ਆ ਜਾਂਦਾ ਹੈ, ਉਸ ਵਾਅਦੇ ਨੂੰ ਭੁੱਲ ਜਾਂਦਾ। ਦੁਨੀਆ ਦੀ ਮੋਹ ਮਾਇਆ ਦੇਖ ਕੇ ਉਸ ਵਾਅਦੇ ਨੂੰ ਭੁੱਲ ਗਏ ਅਸੀਂ। ਵਾਅਦਾ ਗਰਭ ਵਾਲਾ ਭੁੱਲ ਗਿਆ ਸਾਰਾ, ਦੁਨੀਆ 'ਚ ਮਨ ਲਾ ਲਿਆ। ਗੁਰੂ ਸਾਹਿਬ ਜੀ ਸਾਨੂੰ ਯਾਦ ਕਰਵਾ ਰਹੇ ਨੇ, ਇਨਸਾਨ ਤੂੰ ਚੇਤਾ ਕਰ ਤੂੰ ਉਸ ਨੂੰ। ਤੂੰ ਕੋਈ ਵਾਅਦਾ ਕਰਕੇ ਆਇਆ ਸੀ, ਇੱਥੇ ਆ ਕੇ ਕਿਉਂ ਭੁੱਲ ਗਿਆ? ਇਹ ਤਰਸ ਸਾਡੇ 'ਤੇ ਸੰਤਾਂ ਮਹਾਂਪੁਰਸ਼ਾਂ ਨੂੰ ਹੈ। ਇਹ ਸਿੱਖਿਆ ਸਾਨੂੰ ਕਿਤੇ ਬਾਹਰੋਂ ਨਹੀਂ ਮਿਲਦੀ, ਕਿਤੇ ਵਪਾਰ ਵਿੱਚੋਂ ਨਹੀਂ ਮਿਲਦੀ, ਕਿਤੇ ਬਿਜ਼ਨਸ ਵਿੱਚੋਂ ਨਹੀਂ ਮਿਲਦੀ, ਜਾਂ ਯਾਰਾਂ ਦੋਸਤਾਂ ਤੋਂ ਨਹੀਂ ਮਿਲਦੀ। ਇਹ ਸਾਨੂੰ ਯਾਦ ਕਰਵਾਉਂਦੇ ਆ ਸੰਤ ਮਹਾਂਪੁਰਸ਼ ਉਹ ਵਕਤ ਯਾਦ ਕਰ ਤੋਂ, ਕਿਉਂਕਿ ਉਹਨਾਂ ਨੇ ਸਭ ਕੁਝ ਦੇਖਿਆ ਹੁੰਦਾ ਹੈ। ਆਪਣੀ ਜ਼ਿੰਦਗੀ ਦਾ ਤਜਰਬਾ ਹੁੰਦਾ ਉਹਨਾਂ ਦਾ ਸਾਰਾ। ਉਹਨਾਂ ਬਾਣੀਆਂ ਬਣਾਈਆਂ, ਆਪਣਾ ਤਜਰਬਾ ਬਿਆਨ ਕੀਤਾ ਉਹਨਾਂ ਨੇ। ਔਰ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ, ਇਨਸਾਨ ਤੂੰ ਚੇਤਾ ਕਰ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ। ਆ ਰੋਜ਼ ਉਸ ਨੂੰ ਤੂੰ ਯਾਦ ਕਰ, ਉਸ ਮਾਲਕ ਨੂੰ। ਕਿਸ ਕੰਮ ਵਾਸਤੇ ਆਇਆ ਸੀ ਤੂੰ ਦੁਨੀਆ ਦੇ ਵਿੱਚ? ਪ੍ਰਾਣੀ ਤੂੰ ਆਇਆ ਲਾਹਾ ਲੈਣ ਨੂੰ, ਲੱਗਾ ਕਿਤਕ ਫੱਕੜੇ ਸਭ ਮੁੱਕਦੀ ਚੱਲੀ ਰਹਿਣ। ਆਇਆ ਸੀ ਤੂੰ ਲਾਹਾ ਲੈਣ ਵਾਸਤੇ, ਮੂਲ ਵੀ ਗਵਾ ਕੇ ਅਸੀਂ ਜਾ ਰਹੇ ਹਾਂ। ਕਿਹੜੇ ਕੰਮ ਲੱਗਾ ਹੋਇਆ? ਦਿਨ ਕੱਟ ਰਿਹਾ, ਸਾਡੀ ਰਾਤ ਕੱਟ ਰਹੀ ਹੈ। ਅਸੀਂ ਕੋਈ 40 ਸਾਲ ਦਾ ਹੋ ਗਿਆ, ਕਹਿੰਦਾ ਮੈਂ 40 ਸਾਲ ਦਾ ਹੋ ਗਿਆ, 50 ਸਾਲ ਦਾ ਹੋ ਗਿਆ। ਬਾਈ 50 ਸਾਲ ਦਾ ਨਹੀਂ ਹੋਇਆ, ਇਤਨੇ ਦਿਨ ਸਾਡੇ ਜ਼ਿੰਦਗੀ 'ਚੋਂ ਕੱਟ ਗਏ ਹੈ। 40 ਸਾਲ ਸਾਡੀ ਜ਼ਿੰਦਗੀ 'ਚੋਂ, 50 ਸਾਲ ਸਾਡੀ ਜ਼ਿੰਦਗੀ 'ਚੋਂ ਕੱਟ ਗਏ ਹੈ। ਔਰ ਗੁਰੂ ਸਾਹਿਬ ਜੀ ਯਾਦ ਕਰਵਾ ਰਹੇ ਨੇ ਸਾਨੂੰ ਕਿ ਆ ਉਸ ਮਾਲਕ ਨੂੰ ਚੇਤਾ ਕਰ ਤੂੰ। ਹਾਂਜੀ। छिन छिन औद बिहात है, फूटे कट ज्यों पानी। गुरु साहब जी बड़े प्यार दे नाल फरमा रहे ने। पहले तुक च फरमाया उन्होंने, चेतना है तो चेत लै, निस दिन मैं प्राणी। छिन छिन औद बिहात है, फूटे घट ज्यों पानी। जिस तरह घड़ा पानी का भरिया होंदा ते फुट होंदा है, हौली हौली सारा खाली हो जाता है, पता भी नहीं लगता। इस तरह साडा एक घड़ा सवासां दी पूंजी साडी हौली हौली खत्म हो रही है। आ उसनूं तू चेते कर तूं। शन शन औद बेहात है, फूटे घट ज्यों पानी। सानू पता भी है सारियां नूं कि नहीं रहना, चले जाना। ਆਪਣੇ ਹੱਥੀ ਛੱਡ ਕੇ ਆਪਣੇ ਯਾਰਾਂ ਦੋਸਤਾਂ ਨੂੰ ਭੈਣਾਂ ਭਰਾਵਾਂ ਨੂੰ ਛੱਡ ਕੇ ਆ ਰਹੇ ਹਾਂ। ਫਿਰ ਪਤਾ ਨਹੀਂ ਇਹ ਮਨ ਕਿਉਂ ਨਹੀਂ ਮੰਨਦਾ।
ਮੰਨਦਾ ਆ ਉਤਨਾ ਚਿਰ ਮੰਨਦਾ ਹੈ ਜਿਤਨਾ ਚਿਰ ਉੱਥੇ ਗਿਆ ਹੁੰਦਾ ਹੈ। ਕਬੀਰ ਸਾਹਿਬ ਜੀ ਮਹਾਰਾਜ ਦੇ ਪਾਸ ਕੋਈ ਮਿਲਣ ਵਾਸਤੇ ਗਿਆ। ਕਬੀਰ ਸਾਹਿਬ ਜੀ ਘਰ ਨਹੀਂ ਸੀ। ਬੀਬੀ ਲੋਈ ਨੂੰ ਪੁੱਛਿਆ ਉਹਨਾਂ ਨੇ, ਕਿੱਥੇ ਗਏ ਨੇ ਕਬੀਰ ਸਾਹਿਬ ਜੀ ਨੇ? ਕਿਹਾ ਕਿਸੇ ਦੇ ਮਰਗ ਹੋਈ ਹੈ, ਉੱਥੇ ਗਏ ਨੇ, ਤੁਸੀਂ ਜਾਓ ਉੱਥੇ ਮਿਲ ਲਓ। ਪਤਾ ਪੁੱਛਿਆ ਔਰ ਉਹਨਾਂ ਨੇ ਪੁੱਛਿਆ ਕਿ ਮੈਨੂੰ ਕਬੀਰ ਸਾਹਿਬ ਦਾ ਨਿਸ਼ਾਨੀ ਦਾ ਪਤਾ ਨਹੀਂ, ਕਿਹੋ ਜਿਹੇ ਨੇ, ਤੁਸੀਂ ਕੋਈ ਉਹਨਾਂ ਦੀ ਨਿਸ਼ਾਨੀ ਦੱਸ ਦਿਓ, ਮੈਂ ਮਿਲ ਲਾਂਗਾ। ਤਾਂ ਬੀਬੀ ਲੋਈ ਨੇ ਕਿਹਾ ਉਹਨਾਂ ਦੇ ਸਿਰ 'ਤੇ ਮੌਤ ਦੀ ਕਲਗੀ ਹੋਵੇਗੀ। ਜਦੋਂ ਪੁੱਛਦਿਆਂ ਪੁੱਛਦਿਆਂ ਉਸ ਘਰ ਵਿੱਚ ਗਏ, ਦੇਖਿਆ ਸਾਰਿਆਂ ਦੇ ਸਿਰ 'ਤੇ ਮੌਤ 'ਤੇ ਕਲਗੀ ਸੀਗੀ, ਸਾਰੇ ਬੈਠੇ ਸੀਗੇ। ਜਦੋਂ ਉੱਠ ਕੇ ਤੁਰ ਪਏ ਨੇ ਨਾਲ ਲੈ ਕੇ ਸ਼ਮਸ਼ਾਨ ਘਾਟ ਨੂੰ, ਉਸ ਵੇਲੇ ਵੀ ਉਹ ਡਰ ਸੀ ਸਾਰਿਆਂ ਦੇ ਮਨ ਵਿੱਚ। ਦੇਖਦਾ ਹੈ ਮੈਂ ਕਿਹਨੂੰ ਕਬੀਰ ਸਾਹਿਬ ਕਵਾਂ ਹੁਣ, ਮੈਂ ਕਿਹੜੇ ਕਬੀਰ ਸਾਹਿਬ ਹੋਣਗੇ ਇਹਨਾਂ ਦੇ ਵਿੱਚ। ਜਦੋਂ ਸੰਸਕਾਰ ਕਰਕੇ ਵਾਪਸ ਆ ਰਹੇ ਸੀ, ਉਹ ਵੀ ਵਾਪਸ ਚਲਾ ਗਿਆ। ਜਾ ਕੇ ਪੁੱਛਿਆ, ਬੀਬੀ ਜੀ ਮੈਨੂੰ ਤਾਂ ਪਤਾ ਨਹੀਂ ਲੱਗਾ, ਸਾਰਿਆਂ ਦੇ ਸਿਰ 'ਤੇ ਮੌਤ ਦੀ ਕਲਗੀ ਸੀ, ਕੀ ਪਤਾ ਕਿਹੜਾ ਕਬੀਰ ਸਾਹਿਬ ਸੀਗਾ। ਕਹਿੰਦੇ ਹੁਣ ਜਾ ਕੇ ਦੇਖੋ, ਉਹਨਾਂ ਦੇ ਘਰ ਬੈਠੇ ਨਾ, ਹੁਣ ਜਾ ਕੇ ਦੇਖੋ। ਉੱਥੋਂ ਹੋ ਕੇ ਆਏ ਤੇ ਕਿਸੇ ਦੇ ਸਿਰ 'ਤੇ ਮੌਤ ਦਾ ਡਰ, ਉਹ ਕਲਗੀ ਨਹੀਂ ਸੀ, ਸਿਰਫ ਕਬੀਰ ਸਾਹਿਬ ਜੀ ਮਹਾਰਾਜ ਦੇ ਸਿਰ 'ਤੇ ਸੀ। ਉੱਥੋਂ ਆਉਣ ਤੋਂ ਬਾਅਦ ਅਸੀਂ ਸਾਰੇ ਹੀ ਭੁੱਲ ਜਾਂਦੇ ਹਾਂ ਆਪਣੀ ਮੌਤ ਨੂੰ। ਜਦੋਂ ਕਿਸੇ ਦੇ ਮੌਤ 'ਤੇ ਜਾਂਦੇ ਹਾਂ, ਉਸ ਵੇਲੇ ਸਾਨੂੰ ਵੀ ਡਰ ਲੱਗਦਾ ਹੈ ਕਿ ਸਾਡੀ ਵੀ ਵਾਰੀ ਆ ਜਾਣੀ ਹੈ। ਪਰ ਉਹ ਡਰ ਸਾਡਾ ਇਤਨਾ ਚਿਰ ਹੀ ਰਹਿੰਦਾ ਹੈ ਜਿਤਨਾ ਚਿਰ ਅਸੀਂ ਸ਼ਮਸ਼ਾਨ ਘਾਟ 'ਤੇ ਅਗਨੀ ਭੇਟ ਨਹੀਂ ਉਸ ਨੂੰ ਕਰ ਦਿੰਦੇ। ਜਦੋਂ ਅਗਨੀ ਭੇਟ ਕਰ ਦਿੰਦੇ ਹਾਂ, ਸਾਡਾ ਡਰ ਲੱਥ ਜਾਂਦਾ ਹੈ। ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਆਪਣੀ ਮੌਤ ਨੂੰ ਭੁੱਲੇ ਹੋਏ ਹਾਂ। ਗੁਰੂ ਸਾਹਿਬ ਜੀ ਯਾਦ ਕਰਵਾ ਰਹੇ ਨੇ, ਆਖਰੀ ਇੱਕ ਦਿਨ ਤੇਰਾ ਇਹ ਸਵਾਸਾਂ ਦਾ ਘੜਾ ਖਤਮ ਹੋ ਜਾਣਾ। ਸਾਰਾ ਪਾਣੀ ਹੌਲੀ ਹੌਲੀ ਜਿਸ ਤਰ੍ਹਾਂ ਘੜੇ ਦੇ ਫੁੱਟ ਵਾਂਗੂ ਨਿਕਲ ਗਿਆ, ਤੇਰੇ ਸਵਾਸਾਂ ਦੀ ਪੂੰਜੀ ਖਤਮ ਹੋ ਜਾਏਗੀ ਔਰ ਦੁਨੀਆ ਤੋਂ ਖਾਲੀ ਹੱਥ ਚਲਾ ਜਾਏਗਾ। ਗੁਰੂ ਸਾਹਿਬ ਨੇ ਪਹਿਲੀ ਤੁਕ 'ਚ ਹੀ ਫਰਮਾ ਦਿੱਤਾ ਹੈ, ਚੇਤਨਾ ਹੈ ਤੋ ਚੇਤ ਲੈ। ਵੀ ਜ਼ਿੰਦਗੀ ਬੀਤ ਰਹੀ ਤੇਰੀ, ਅੱਜ ਦਾ ਦਿਨ ਕੱਲ ਨਹੀਂ ਹੋਵੇਗਾ, ਕੱਲ ਦਾ ਦਿਨ ਕੋਈ ਸਾਡੇ ਵਾਸਤੇ ਹੋਰ ਹੋਵੇਗਾ, ਅੱਜ ਦਾ ਦਿਨ ਸੁਪਨਾ ਹੋ ਜਾਏਗਾ ਕੱਲ ਸਾਡੇ ਵਾਸਤੇ। ਇਸ ਤਰ੍ਹਾਂ ਜਿਤਨੀ ਵੀ ਸਾਡੀ ਜ਼ਿੰਦਗੀ ਬੀਤ ਗਈ ਹੈ, ਸਾਰਾ ਸੁਪਨਾ ਹੋ ਗਿਆ। ਅੱਜ ਸਿਰਫ ਇੱਕ ਯਾਦਾਂ ਰਹਿ ਗਈਆਂ ਸਾਡੇ ਪਾਸ, ਔਰ ਯਾਦਾਂ ਤੋਂ ਸਿਵਾ ਕੁਛ ਨਹੀਂ ਸਾਡੇ ਪਾਸ। ਹਰ ਇੱਕ ਦੀ ਜ਼ਿੰਦਗੀ ਬੀਤ ਰਹੀ ਹੈ, ਲਿਖਣੇ ਮਾਲਕ ਦੀ ਮੌਜ ਹੈ, ਇਹ ਉਸ ਦੀ ਫਸਲ ਹੈ ਸਾਰੀ। ਕੱਚੀ ਵੱਢਦਾ ਕਿ ਪੱਕੀ ਵੱਢਦਾ ਹੈ। ਕਿਸੇ ਨੂੰ ਉਹ ਛੋਟੀ ਉਮਰ ਵਿੱਚ ਲੈ ਜਾਂਦਾ ਹੈ, ਕਿਸੇ ਨੂੰ ਬੜੀ ਉਮਰ ਵਿੱਚ ਲੈ ਜਾਂਦਾ ਹੈ, ਕਿਸੇ ਨੂੰ 70 ਸਾਲ ਵਿੱਚ ਲੈ ਜਾਂਦਾ, ਕਿਸੇ ਨੂੰ 100 ਸਾਲ ਤੱਕ ਰੱਖਦਾ ਹੈ। ਇਹ ਉਹਦੀ ਮੌਜ ਹੈ, ਖੇਤੀ ਹੈ ਉਸਦੀ। ਪਰ ਜਦੋਂ ਵੀ ਕੋਈ ਲਾਵਿਆਂ ਨੂੰ ਹੁਕਮ ਹੁੰਦਾ ਹੈ, ਕਿਸਾਨ ਲਾਵਿਆਂ ਨੂੰ ਹੁਕਮ ਦੇ ਦਿੰਦਾ, ਜਾਓ ਖੇਤੀ ਵੱਢ ਦਿਓ, ਉਹ ਕੱਚੀ ਪੱਕੀ ਨਹੀਂ ਦੇਖਦੇ, ਉਹ ਵੱਢ ਦਿੰਦੇ ਸਾਰੇ। ਬਾਣੀ ਵਿੱਚ ਲਿਖਿਆ ਹੈ, ਹਰੀ ਨਾਹੀ ਡਡੋਰੀ ਨਾਹੀ ਪੱਕੀ ਵੱਢਣ ਹਾਰ, ਲੈ ਲੈ ਦਾਤ ਪਿਹੁਤਿਆ ਲਾਵੇ ਹੋਏ ਤਿਆਰ, ਹੁਕਮ ਹੋਇਆ ਕਿਰਸਾਨ ਦਾ ਤੋ ਲੁਣ ਮੈਨੇ ਆਖੇ ਤਾਰ। ਜਦੋਂ ਮਾਲਕ ਹੁਕਮ ਦੇ ਦਿੰਦਾ ਹੈ, ਉਹ ਨਹੀਂ ਦੇਖਦਾ ਕਿ ਕੱਚੀ ਹੈ ਕਿ ਵੱਡੀ ਹੈ। ਅਸੀਂ ਆਪਣੇ ਮਤਲਬ ਦੇ ਅਨੁਸਾਰ, ਆਪਣੇ ਸਵਾਰਥਾਂ ਦੇ ਅਨੁਸਾਰ ਅਗਲੇ ਨੂੰ ਯਾਦ ਕਰਦੇ ਰਹਿੰਦੇ ਹਾਂ। ਸਾਡਾ ਇਹ ਕੰਮ ਕਰਦਾ ਸੀ, ਸਾਡਾ ਇਹ ਕੰਮ ਕਰਦਾ ਸੀ, ਲੇਕਿਨ ਉਹ ਮਾਲਕ ਨਹੀਂ ਦੇਖਦਾ। ਮੈਂ ਕਈ ਵਾਰ ਦੱਸਿਆ ਹੈ ਕਿ 2013 ਵਿੱਚ ਆਪ ਸਭ ਨੇ ਦੇਖਿਆ ਕੇਦਾਰਨਾਥ ਤੀਰਥ ਸਥਾਨ 'ਤੇ ਜਿੱਥੇ ਮਹਾਸਾਈ ਮੰਦਰ ਬਣਿਆ ਹੋਇਆ ਹੈ, ਕਿਉਂਕਿ ਉੱਥੇ ਭਾਗੀਰਥ ਨੇ ਤਪੱਸਿਆ ਕਰਕੇ ਉਸ ਜਗ੍ਹਾ ਤੋਂ ਗੰਗਾ ਲਿਆਂਦੀ ਸੀ। ਕਿਉਂਕਿ ਜਹਰ ਨਬੀ ਦਾ ਪਰਿਵਾਰ ਹੋਇਆ, ਕਿਸੇ ਕਾਰਨ ਕਿਸੇ ਮਹਾਤਮਾ ਨੇ ਸਰਾਪ ਦੇ ਦਿੱਤਾ ਸੀ ਉਹਨਾਂ ਨੂੰ, ਉਹ ਸਾਰੇ ਸਿਰ ਪੱਥਰ ਹੋ ਗਏ ਸੀ। ਬਾਣੀ ਵਿੱਚ ਵੀ ਲਿਖਿਆ, ਜਹਰ ਨਬੀ ਤਪੇ ਭਾਗੀਰਥ ਆਨੀ, ਕੇਦਾਰ ਥਾਪਿਓ ਮਹਾਸਾਈ। ਚੌਥੀ ਪਾਤਸ਼ਾਹ ਦੀ ਬਾਣੀ ਹੈ। ਜਹਰ ਨਬੀ ਤਪੇ ਭਾਗੀਰਥ ਆਨੀ, ਕੇਦਾਰ ਥਾਪਿਓ ਮਹਾਸਾਈ। ਭਾਗੀਰਥ ਉਹਨਾਂ ਦੇ ਪਰਿਵਾਰ ਵਿੱਚੋਂ ਹੋਇਆ। ਉਹਨਾਂ ਪੁੱਛਿਆ ਸਿਆਣਿਆਂ ਨੂੰ ਵੀ ਸਾਡਾ ਪਰਿਵਾਰ ਜਿਹੜਾ ਆ, ਇਹ ਇਸ ਤਰ੍ਹਾਂ ਸਰਾਪ ਹੋਇਆ, ਸੰਤਾਂ ਦਾ ਪੱਥਰ ਬਣੇ ਹੋਏ ਨੇ, ਕਿਸ ਤਰ੍ਹਾਂ ਇਹਨਾਂ ਦੀ ਮੁਕਤੀ ਹੋਵੇਗੀ? ਉਹਨੇ ਕਿਹਾ, ਤੇ ਸ਼ਿਵ ਜੀ ਦੀ ਜਟਾਂ ਵਿੱਚ ਇਸ ਵੇਲੇ ਗੰਗਾ ਆ, ਉਹ ਤੁਸੀਂ ਤਪੱਸਿਆ ਕਰਕੇ ਲੈ ਆਓ, ਤੇ ਜਦੋਂ ਉਹ ਇਹਨਾਂ ਦੇ ਉੱਪਰ ਦੀ ਲੰਘੇਗੀ ਫਿਰ ਇਹਨਾਂ ਦਾ ਉਧਾਰ ਹੋਏਗਾ। ਉਹ ਕੇਦਾਰਨਾਥ ਮੰਦਰ, ਮਹਾਸਾਈ ਦਾ ਮਤਲਬ ਸ਼ਿਵ ਜੀ ਨੂੰ ਕਹਿੰਦੇ ਮਹਾਸਾਈ। ਜਾਹਰ ਨਬੀ ਤਪੇ ਭਾਗੀਰਥ ਆਨੀ, ਕੇਦਾਰ ਥਾਪਿਓ ਮਹਾਸਾਈ। ਕੇਦਾਰਨਾਥ ਮੰਦਰ ਬਣਿਆ ਹੋਇਆ ਹੈ।
लेकिन वो जदों वक़्त आया 2013 में श्रद्धालु गए सी दर्शना वास्ते, बड़ी आस्था दे नाल विश्वास दे नाल गए सी, लेकिन वापस घरां नूं नहीं आए। वो इतनी बारिश, पहाड़ों के पहाड़ रोड़ दिते, देखिया नहीं सी जांदे। हो दर्दनाक सीन, दैवी प्रकोपी कह सकते हैं इसनूं। दैवी प्रकोपी आई, किसी का लिहाज नहीं होया। उत्थे सब मंदिर मुंदर बिच्चे दी रोड़ के लै गया। हालांकि वो तीर्थ स्थान केदारनाथ मंदिर बनया होया शिव जी का, उत्थों भागीरथ गंगा लैके आया सी शिव जी की जटा बच्चों, तपस्या करके उसने खुश किया सी शिव जी नूं, उसका लिहाज नहीं होया और छिन विच ही सारे तबाह कर देते उसने। मैं कई बार दस्या है कि बजीद फकीर होया, कवि भी होया, लिखदा है, छिन विच चिड़ी तिहाई मर गई, छिन विच होया जल दा थल, छिन विच सईयां असीस गुंदावन, छिन विच जुल्फां लटकन गल, पर वजीदा कौन आखे उस साहिब नूं इंज नहीं इंज कर। केड़ा आखे उस मालिक नूं कि तू इस तरह नहीं इस तरह कर। दो तुपके पानी चिड़ी नूं चाहिदा हुंदा है, वो मालिक दी मौज है, अगर ना मिले उसनूं चिड़ी तड़फ तड़फ के मर जाती है। ਉਹਦੀ मौज होवे जल दा थल कर दवे, सब कुछ रोड़ दवे, पर केड़ा आखी उस मालिक नूं इंज नहीं इंज कर। छिन विच सईयां असीस गुंदावन, छिन विच जुल्फां लटकन गल। किसी लड़की की शादी होने वाली हुंदी है, उस दियां सहेलियां उस तों तैयार कर दियां ने, उधरों कोई सुना आ जाता है कि जिहदे नाल तेरी शादी होनी सी रस्ते विच उसका एक्सीडेंट हो गया और मर गया। ओही जुल्फां गल विच आ जांदियां ने, पर वजीदा कौन आखे उस साहिब नूं, उस मालिक नूं केड़ा आखे कि इंज नहीं इंज कर। गुरु साहब जी बड़े प्यार दे नाल फरमा रहे ने कि छिन छिन औद बेहात है, फूटे घट जाऊं पानी। साडी उम्र बीतती जा रही है, घटती जा रही है, बद नहीं रही। मेरे पास पिछे आए, कहते बाबा जी थानू जन्मदिन की बधाई देनी है। मैं किस बात की, किस गल की बधाई देंदे हो? तुहाडा जन्मदिन है। मैं क्या भाई बधाई तो तां दिओ जे मेरा 1 साल वधिया है। मेरा 1 साल तो जिंदगी का घट गया, काहदी बधाई दिंदे हो तुसीं? किस चीज़ की बधाई है? किहड़ी गल खुशी वाली है? 1 साल मेरी जिंदगी चो घट गया है। तो मेरे कहने का भाव, साड़ी जिंदगी घट रही है, छिन छिन घट रही है। छिन छिन औद बेहात है, फूटे घट जाओ पानी। पहली तुख च गुरु साहब ने फरमाया कि चेतना है तो चेत लै निस दिन में प्राणी। देखो कितने प्यार की बाणी है। गुरु साहब जी सानू याद करवा रहे हैं भुली हुई गल नूं, आ तू उसनूं चेते कर। हाँ जी, हर गुण काहे ना गावही, मूरख अगे आना। गुरु साहब जी बड़े प्यार दे नाल फरमा रहे ने, हरि दे गुण तू क्यों नहीं गाउंदा? किस चीज़ की तेनों कमी है? मालिक ने किहड़ी कमी रखी है? क्या रोजी रोटी सानू नहीं मिल रही? कपड़ा नहीं दे रहा, मकान नहीं देते उस मालिक ने। उस दरबार दे विच जदों असीं जावांगे, की मूँह लैके जावांगे उस दरबार दे विच? की दसांगे असीं क्यों नहीं सी नाम जपिया तेरा, क्यों नहीं सी तैनूं याद कीता असीं? सारियां सहूलतां मालिक ने दित्तियां होईयां ने। दुनिया विच साडा कोई काम कर दिंदा है, उसका धन्नवाद करदे आं, उसका शुकराना करते हैं, तू मेरा काम कर दिता है। जिहड़ा मालिक सानू रोज़ रोजी रोटी दे रहा है, कभी उसका धन्नवाद नहीं किया। स्वामी जी महाराज ने अपनी बाणी विच लिखिया है, एक बात जानी हम पाई है तू बड़का बेईमान। एक गल मैं तेरे विचों लभी है, तू बड़ा बेईमान है। और असी है भी हैं।
क्यों? इतना कुछ मालिक ने सानू दिता, सुख दिते, सारिया फैसिलिटियां दित्तियां रहन वास्ते, सानू क्यों नहीं उसनू याद करते? असी बेईमान नहीं तो होर की है। गुरु साहब जी फरमा रहे ने, हर गुण काहे ना गावई, क्यों ने तो मालिक दे गुण गाए? की कमी है तेनों? कित्थे फसिया होया तू? क्यों नहीं गा रहा? अगली तुक च गुरु साहब जी फरमाउणगे। हाँ जी, झूठे लालच लाग के नहीं मरना पछाना। गुरु साहब जी बड़े प्यार दे नाल फरमा रहे ने, दुनिया दे झूठे लालच फस के तू अपनी जिंदगी बर्बाद कर लई। ते दुनिया मोह माया, तियां पुत्र, यार दोस्त, रिश्तेदार, कोई किसी का नहीं बनता। रिश्ते जोड़े जाते हैं बड़े प्यार दे नाल, थोड़े दिनों बाद की हो जाता है, टुट जाते रिश्ते। एक लड़की ने इस्त्री भाव विच लिखिया है, शब्द लिखिया उसने, मंगी सां ते चंगी सां, ब्याई लथया चा, बुरी ते मैं तां बनी जद बूहे बैठी आ। कि जदों मेरी मंगनी होई सी, मेरी सस बड़ियां सिफतां करदी सी कि अपनी नूह राणी नूं उड़ के मिल आवां किते। बड़े चाह कीते उसने, मंगी सां ते चंगी सां, जदों ब्याही गई सारे चाह लथ गए उसते। बुरी ते मैं तां बनी जद बूहे बैठी आ। की हो जाता है शादियों तो बाद, थोड़े दिनों बाद तलाक शुरू हो जाते हैं। कौन साथी किसे दा, कौन सहाय होवेगा साडा? हर गुण काहे ना गावई, मूर्ख अज्ञाना, झूठे लालच लग के नहीं मरन पछाना। असी झूठे लालच विच फस के अपनी जिंदगी गवा रहे, तियां पुत्रां दे पिछे उस मालिक नूं याद नहीं कीता सी। आखिर एक दिन साडे ते ओ दिन आ जाएगा, ओ दिन दूर नहीं। वाह दिन की कुछ सुध कर मन में, जा दिन ले चल होई। जिस दिन तू दुनिया तो जाना है, उस दिन दी तो विचार कर अपने मन दे विच, एक दिन तेरे ते आउण वाला आओ। क्योंकि वो मौत बाज हर एक दे सिर ते फिर रहा है, पता नहीं कित्थे उसने चपट मार के ले जाना। उसने सुथरा फकीर होया, आप रोटी बनाउंदा सी, आटा गुन रहा सी, चिड़ी आई, थोड़ा जिहा आटा चुंझ भर लिया उसने, उपर बाज फिरदा सी मौत, चिड़ी नूं चुक के लै गया। ये महापुरुष विचार करते हर गल दी, फकीर विचार करते हैं। साडे वर्गा हुंदा कहना लै गया तो लै गया, फिर किहड़ी गल है। लिखदा है, अख फड़कनी ना मिली, मूँह विच रिहा गरा, लख लाण तेरा सुथरिया जे दम दा करें बिसा। वो आटा खा नहीं सकी हो, लेकिन उतो मौत बाज पै गया। ये हाल साडा है। चंगे भले रात सौने आ, सवेरे उठदा नहीं कोई, मौज है मालिक दी। घरों बाहर गया है, पता नहीं वापस आना है कि नहीं आना। झूठे लालच विच फसे होए, मोह माया दे विच, मैं मेरी दे विच, मेरे पुत्र है, मेरी धीआं है, ये मेरी जायदाद है, इतने मेरे मकान है, इन्हां दे नाल मोह पाया होया है। गुरु साहब जी फरमा रहे ने, झूठे लालच लग के नहीं मरन पछाना। अपनी मौत नूं तू भुल गया, आ होश कर। गुरु साहब जी देखो सानू सुत्तियां नूं जगा रहे है, दस रहे ने, आप चेता कर, तू चेतना है तो चेत लै, निस दिन मैं प्राणी। आ उसनूं रोज याद कर उठ के, क्यों भुला होया मोह माया दी नींद विच, झूठे लालच विच फस के। असीं सारे ही जिंदगी अपनी बर्बाद कर रहे हैं। जिन्होंने असी अपना बनाने, वो साडे अपना अपना करते हैं, लेकिन अपना साडा है कोई नहीं। महापुरुषों ने बाणियां जो लिखियां ने, तजर्बे लिखे अपने, ये जग मीत ना देखियो कोई, सकल जगत अपने सुख लागे, दुख में संग ना होई।
धारा मीत पोत संबंधी सगले धन स्यो लागे, जब ही निर्धन देखियो नरको संग छाड़ सब पागे। ਜਦੋਂ ਦੇਖਦੇ ਇਹਦੇ ਪਾਸ ਪੈਸਾ ਹੈ ਨਹੀਂ, ਮੁੱਕ ਗਿਆ ਹੈ। ਧਾਰਾ ਇਸਤਰੀ ਮੀਤ ਮਿੱਤਰ ਪੁੱਤਰ ਸੰਬੰਧੀ ਯਾਰ ਦੋਸਤ ਦੇਖਦੇ ਹੁਣ ਇਹ ਗਰੀਬ ਹੋ ਗਿਆ, ਇਹਦੇ ਪਾਸ ਕੁਛ ਨਹੀਂ ਰਹਿ ਗਿਆ, ਕੋਈ ਨਹੀਂ ਉਸ ਨੂੰ ਬੁਲਾਉਂਦਾ। ਇੱਥੇ ਸਾਥ ਛੱਡ ਦਿੰਦੇ ਨੇ ਸਾਰੇ। ਕਿਸ ਚੀਜ਼ ਦਾ ਮਾਨ ਕਰਦੇ ਅਸੀਂ ਦੁਨੀਆ ਵਿੱਚ ਆ ਕੇ? ਗੁਰੂ ਸਾਹਿਬ ਜੀ ਫਰਮਾ ਰਹੇ ਨੇ, ਕਿਉਂ ਝੂਠੇ ਲਾਲਚ ਲੱਗ ਕੇ ਤੂੰ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ। ਹਾਂਜੀ, ਅੱਜ ਹੂੰ ਕੁਛ ਬਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੇ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ, ਅਜੇ ਵੀ ਤੇਰਾ ਕੁਛ ਨਹੀਂ ਵਿਗੜਿਆ। ਜਿਤਨੇ ਸਵਾਸੇ ਸਾਡੇ ਪਾਸ ਬਚੇ ਨੇ, ਆਓ ਮਾਲਕ ਦੇ ਲੇਖੇ ਲਾਓ। ਅੱਜ ਹੂੰ ਕਛੂ ਵਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੇ। ਅਗਰ ਪਹਿਲੇ ਨਹੀਂ ਗਾ ਸਕਿਆ ਤਾਂ ਮਾਲਕ ਦਾ ਨਾਮ ਨਹੀਂ ਲੈ ਸਕਿਆ, ਹੁਣ ਹੀ ਹੋਸ਼ ਕਰ ਲੈ ਤੂੰ। ਜਦੋਂ ਜਾਗ ਪਈ ਉਦੋਂ ਸਵੇਰਾ, ਹੁਣ ਹੀ ਜਾਗ ਜਾਈਏ ਅਸੀਂ। ਅੱਜ ਹੂੰ ਕਛੂ ਵਿਗੜਿਓ ਨਹੀਂ, ਅਜੇ ਵੀ ਤੇਰਾ ਕੁਛ ਨਹੀਂ ਵਿਗੜਿਆ। ਉੱਠ ਮਾਲਕ ਦਾ ਨਾਮ ਲੈ, ਯਾਦ ਕਰ ਉਸ ਮਾਲਿਕ ਨੂੰ, ਆਪਣਾ ਵਾਅਦਾ ਯਾਦ ਕਰ ਜਿਹੜਾ ਗਰਭ ਵਿੱਚ ਕਰਕੇ ਆਇਆ ਸੀ। ਇਹ ਮਨ ਵਿੱਚ ਰੱਖ ਕਿ ਮੈਂ ਰਹਿਣਾ ਨਹੀਂ, ਮੈਂ ਮੁਸਾਫਰ ਹਾਂ। ਮੁਸਾਫਰ ਦਾ ਕੀ ਦਾਵਾ ਹੋ ਸਕਦਾ ਹੈ? ਮੁਸਾਫਰ ਕਿਤੇ ਜਾਂਦਾ ਹੈ, ਮੁਸਾਫਰੀ ਕਰਨ ਵਾਸਤੇ ਉਹ ਦਾਵਾ ਨਹੀਂ ਕਰਦਾ। ਉਹਨੂੰ ਪਤਾ ਮੈਂ ਜਦੋਂ ਮੇਰਾ ਟਾਈਮ ਹੋ ਗਿਆ ਉਹਨੇ ਚਲੇ ਜਾਣਾ, ਆਪਣਾ ਬਿਸਤਰਾ ਬਣ ਕੇ ਚਲੇ ਜਾਣਾ ਹੈ। ਸਾਡਾ ਵੀ ਜਦੋਂ ਟਾਈਮ ਹੋਇਆ ਦੁਨੀਆ 'ਤੇ ਮੁਸਾਫਰ ਬਣ ਕੇ ਆਏ ਹਾਂ। ਇੱਥੇ ਦਾਵਾ ਨਾ ਕਰੀਏ ਅਸੀਂ, ਇਹ ਸਾਡਾ ਦੇਸ਼ ਨਹੀਂ ਭਾਈ। ਮੇਰੇ ਪਾਸ कुछ आए सी महापुरुष आए मेरे पास, कहने लगे बाबा जी ਤੁਹਾਡੇ ਕੋਲ ਆਏ ਆ, ਕੋਈ ਬਚਨ ਕਰੋ। ਮੈਂ ਕਿਹਾ ਭਾਈ ਤੁਸੀਂ ਮਹਾਂਪੁਰਸ਼ ਹੋ, ਮੈਂ ਤੇ ਜੇ ਪਤਾ ਹੀ ਨਹੀਂ ਮੈਨੂੰ, ਅਜੇ ਮੈਂ ਤੇ ਅਜੇ ਨਵਾਂ ਹੀ ਸੇਵਾਦਾਰ ਬਣਿਆ। ਕਹਿੰਦੇ ਕਿਆ ਇਹ ਦੁਨੀਆ ਜੋ ਚੱਲ ਰਹੀ ਹੈ, ਸਵਾਲ ਹੈ ਤੁਹਾਡੇ ਕਰਨਾ ਇੱਕ। ਮੈਂ ਕਿਹਾ ਭਾਈ ਪਤਾ ਨਹੀਂ ਤੁਸੀਂ ਕਿਹੜਾ ਕਰਨਾ ਕਰੋ। ਇਸ ਨੂੰ ਦੁਨੀਆ ਨੂੰ ਪਰਮਾਤਮਾ ਵਾਹਿਗੁਰੂ ਚਲਾ ਰਿਹਾ ਹੈ। ਤੁਹਾਡਾ ਕੀ ਆਪਣੇ ਕੀ ਖਿਆਲ ਨੇ ਇਹਦੇ ਬਾਰੇ, ਕੀ ਵਿਚਾਰ ਹੈ ਤੁਹਾਡੀ? ਮੈਂ ਕਿਹਾ ਵੇ ਨਹੀਂ, ਇਸ ਨੂੰ ਦੁਨੀਆ ਨੂੰ ਪਰਮਾਤਮਾ ਨਹੀਂ ਚਲਾ ਰਿਹਾ। ਇਹ ਪਰਮਾਤਮਾ ਦਾ ਦੇਸ਼ ਹੈ ਹੀ ਨਹੀਂ। ਜਿੱਥੇ ਪਰਮਾਤਮਾ ਦਾ ਦੇਸ਼ ਹੈ ਉੱਥੇ ਘਾਟਾ ਵਾਧਾ ਨਹੀਂ। ਨਾ ਕਿਸੇ ਨੂੰ ਕੋਈ ਮਾਰਨ ਵਾਲਾ, ਨਾ ਕੋਈ ਮਰਨ ਵਾਲਾ। ਨਾ ਮਾਵਾਂ ਦੇ ਸਾਹਮਣੇ ਪੁੱਤਰ ਮਰਦੇ ਆ, ਨਾ ਪੁੱਤਰਾਂ ਦੇ ਸਾਹਮਣੇ ਮਾਵਾਂ ਮਰਦੀਆਂ, ਨਾ ਭੈਣਾਂ ਦੇ ਸਾਹਮਣੇ ਭਰਾ ਮਰਦੇ ਆ। ਉਹ ਸਾਡਾ ਦੇਸ਼ ਹੈ। ਇਹ ਕਾਲ ਦਾ ਦੇਸ਼ ਹੈ, ਮੁਰਦਿਆਂ ਦਾ ਦੇਸ਼ ਹੈ। ਇੱਥੇ ਘਾਟੇ ਵਾਧੇ ਹੋ ਰਹੇ ਨੇ। ਇਹ ਸਾਡਾ ਦੇਸ਼ ਵੀ ਕੌਣ ਚਲਾ ਰਿਹਾ ਇਸ ਨੂੰ? ਮੈਂ ਕਿਹਾ ਤੁਸੀਂ ਪੜ੍ਹਦੇ ਹੋਵੇ, ਗੁਰਬਾਣੀ ਵੀ ਪੜ੍ਹਦੇ ਹੋਵੋਗੇ, ਗੀਤਾ ਵੀ ਪੜ੍ਹੀ ਹੋਏਗੀ, ਰਮਾਇਣ ਵੀ ਪੜ੍ਹੀ ਹੋਏਗੀ। ਉਹਦੇ ਵਿੱਚ ਲਿਖਿਆ ਹੈ, ਕਰਮ ਪ੍ਰਧਾਨ ਵਿਸ਼ਵ ਰਚ ਰਾਖਾ, ਜੋ ਜਸ ਕੀਨ ਤਸ ਫਲ ਚਾਖਾ। ਇਸ ਦਾ ਮਤਲਬ ਤੁਸੀਂ ਆਪੇ ਹੀ ਕੱਢ ਲਓ। ਕਰਮ ਪ੍ਰਧਾਨ, ਕਰਮਾਂ ਦੀ ਗਤੀ ਦੇ ਨਾਲ ਇਹ ਸੰਸਾਰ ਚੱਲ ਰਿਹਾ ਹੈ। ਜੋ ਕੁਛ ਅਸੀਂ ਪਿਛਲੇ ਕਰਮ ਲੈ ਕੇ ਆਏ ਹਾਂ, ਇੱਥੇ ਆ ਕੇ ਅਸੀਂ ਭੁਗਤ ਰਹੇ ਹਾਂ। ਆਪਣੇ ਆਪਣੇ ਕਰਮ ਭੁਗਤ ਰਹੇ ਹਾਂ। ਕੋਈ ਕਿਸੇ ਦੇ ਕਰਮ ਦਾ ਭਾਗੀਦਾਰ ਨਹੀਂ ਹੋ ਸਕਦਾ। ਜੋ ਕਿਸੇ ਨੂੰ ਮਾਲਕ ਨੇ ਦੇਣਾ ਹੈ, ਜੋ ਲਿਖਿਆ ਗਿਆ ਪਿੱਛੋਂ, ਉਸ ਨੂੰ ਮਿਲਣਾ ਹੀ ਮਿਲਣਾ ਹੈ। ਲਿਖਿਆ ਲੇਖਣਾ ਮੇਟੇ ਹੈ ਸਖੀ, ਜੋ ਲਿਖਿਆ ਕਰਤਾਰ। ਜੋ ਕੁੱਲ ਮਾਲਕ ਨੇ ਲਿਖ ਕੇ ਭੇਜਿਆ ਸਾਨੂੰ, ਉਸ ਨੂੰ ਕੋਈ ਨਹੀਂ ਮੇਟ ਸਕਦਾ। ਇਹ ਸੰਸਾਰ ਕਰਮਾਂ ਦੀ ਗਤੀ ਨਾਲ ਚੱਲ ਰਿਹਾ ਹੈ। ਸਾਡਾ ਇਹ ਦੇਸ਼ ਹੀ ਨਹੀਂ, ਇਹ ਕਾਲ ਦਾ ਦੇਸ਼ ਹੈ, ਮੁਰਦਿਆਂ ਦਾ ਦੇਸ਼ ਹੈ। ਘਰ ਘਰ ਵਿੱਚ ਗਮ ਹੈ, ਹਰ ਘਰ ਵਿੱਚ ਗਮ ਹੈ, ਸਮਾਜ ਵਿੱਚ ਗਮ ਹੈ, ਦੇਸ਼ ਵਿੱਚ ਗਮ ਹੈ। ਕਿੱਥੇ ਹੈ ਪਰਮਾਤਮਾ ਦਾ ਦੇਸ਼ ਹੈ? ਹਮ ਉਸ ਦੇਸ਼ ਕੇ ਵਾਸੀ हैं जहाँ पार ब्रह्म का खेल, दीवा भले अगम का बिन बाती बिन तेल। ਇੱਥੇ ਗਮ ਦੇ ਦੀਵੇ ਬਲ ਰਹੇ ਨੇ, ਉੱਥੇ ਅਗਮ ਦਾ ਦੀਵਾ ਬਲ ਰਿਹਾ। ਬਗੈਰ ਬੱਤੀ ਔਰ ਬਗੈਰ ਤੇਲ ਤੋਂ, ਬਗੈਰ ਬਾਦਲ ਤੋਂ ਵਰਸ਼ਾ ਹੋ ਰਹੀ ਹੈ, ਬਗੈਰ ਸੂਰਜ ਤੋਂ ਰੋਸ਼ਨੀਆਂ ਹੋ ਰਹੀਆਂ ਨੇ।
ਉਹ ਸਾਡਾ ਦੇਸ਼ ਹੈ। ਬੇਗਮਪੁਰਾ ਸ਼ਹਿਰ ਕਾ ਨਾਉ, ਦੁੱਖ ਆਂਧੋ ਨਹੀਂ ਤੈ ਠਾਉ। ਉਹ ਸਾਡਾ ਦੇਸ਼ ਹੈ, ਇੱਥੇ ਤੇ ਦੁੱਖ ਹੈ। ਕਹਿੰਦੇ ਜੀ ਇੱਕ ਸਵਾਲ ਹੋਰ ਕਰਨਾ ਹੈ। ਮੈਂ ਕਿਹਾ ਭਾਈ ਕਰ ਲਓ, ਜੋ ਸਮਝ ਮੇਰੀ ਹੋਏਗੀ ਮੈਂ ਕਹਿ ਦਾਂਗਾ, ਪਤਾ ਨਹੀਂ ਗਲਤ ਹੈ ਕਿ ਸਹੀ ਹੈ। ਮੈਂ कहता नांगो आया नांगो सिदासी, बिल्कुल ठीक है। मुट्ठी बांध कर जन्म लिया था, पांव पसारे जाओगे। मैं क्या ये भी ठीक है। फिर इंसान किस तरह आया दुनिया में? खाली आया और खाली चला गया। मैं क्या ना इंसान दुनिया में खाली आया ना खाली गया। ਜਦੋਂ ਮੁੱਠੀ ਬੰਦ ਹੁੰਦੀ ਹੈ, ਜਨਮ ਲੈਂਦਾ ਬੱਚਾ ਮੁੱਠੀ ਵਿੱਚ ਆਪਣੇ ਕਰਮ ਲੈ ਕੇ ਆਉਂਦਾ ਹੈ, ਉਹਦੇ ਨਾਲ ਦੁਨੀਆ ਵਿੱਚੋਂ ਵਿਚਰਦਾ ਹੈ। ਮੈਂ ਕਿਹਾ ਤੁਸੀਂ ਕਿੰਨੇ ਭਰਾਓ? 4। ਮੈਂ ਕਿਹਾ ਤੁਸੀਂ ਸਾਧੂ ਹੋ ਗਏ। ਦੂਸਰਾ ਭਰਾ ਕੀ ਕਰਦਾ? ਖੇਤੀਬਾੜੀ। ਮੈਂ ਕਿਹਾ ਤੀਸਰਾ ਕੀ ਕਰਦਾ ਹੈ? ਉਹ ਡਰਾਈਵਰ ਹੈ। ਚੌਥਾ ਕੀ ਕਰਦਾ? ਮਜ਼ਦੂਰੀ ਕਰਦਾ ਹੈ। ਮੈਂ ਕਿਹਾ ਫਿਰ ਕਿੱਥੇ ਗਏ ਤੁਹਾਡੇ ਕਰਮ? ਤੇਰੇ ਕਰਮਾਂ ਵਿੱਚ ਯੋਗ ਲਿਖਿਆ ਸੀ, ਤੂੰ ਸਾਧੂ ਹੋ ਗਿਆ। ਉਹਦੇ ਕਰਮਾਂ ਵਿੱਚ ਕਾਰੋਬਾਰ ਲਿਖਿਆ, ਉਹ ਕਾਰੋਬਾਰ ਕਰ ਰਹੇ ਨੇ। ਫਿਰ ਕਿਸ ਤਰ੍ਹਾਂ ਤੁਸੀਂ ਖਾਲੀ ਆਏ ਹੋ? ਫਿਰ ਦੁਨੀਆ ਵਿੱਚ ਆ ਕੇ ਜੋ ਅਸੀਂ ਕਰਮ ਕਰਦੇ ਹਾਂ, ਸਾਡੇ ਜਾਣ ਤੋਂ ਬਾਅਦ ਜਿਹੋ ਜਿਹੇ ਅਸੀਂ ਹੁੰਨੇ ਹਾਂ, ਦੁਨੀਆ ਕਹਿ ਦਿੰਦੀ ਹੈ। ਅੱਜ ਮਹਾਂਪੁਰਸ਼ਾਂ ਨੇ ਅਵਤਾਰ ਲਏ, ਦੁਨੀਆ ਵਿੱਚ ਆਏ, ਕਿਆ ਉਹ ਖਾਲੀ ਆਏ? ਖਾਲੀ ਚਲੇ ਗਏ ਦੁਨੀਆ ਤੋਂ? कितना जस खट के गए दुनिया का, अज भी दुनिया उन्होंने याद कर रही है। किस तरह बंदा खाली जाता है? दुनिया तो चले जाने तो बाद जिहो जिहा कोई हुंदा है कह देंगे, कईयां नूं कह देंगे माड़ा बंदा हुंदा, कहते चंगा होया मरिया ते गलों लत्था, साडे तंग करदा सी सानूं। किस तरह वो खाली गया? दुनिया दी बद दुआवां लैके गया। एक अच्छे इंसान समाज विच आउंदे है, उन्हां दे घाटे पूरे नहीं होंदे। दुनिया में आके सारे कह देंगे है बड़ा अच्छा इंसान सी, वो अजे होर रहना चाहिए सी उसनूं, बड़े काम कीते उसने अच्छे। वो दुनिया का जस खट के गया। किस तरह खाली गया दुनिया तो? ना इंसान खाली आया ना खाली इंसान जाता है। जो असी कर्म करते हैं साडे मत्थे दे लेख बन जाते हैं। दिन रात कमाइंदड़ो सो आयो माथे। जो असी करते हैं कर्म दिन रात साढ़े मत्थे दे लेख बन जाते। जिस ते तू लकाइंदड़ो सो देखे साथे। जिस तो लुक लुक के असी कर्म करते हैं वो साढ़े नाल नाल देख रहा है। और गुरु साहब जी बड़े प्यार दे नाल फरमा रहे ने, बड़ी पवित्र बाणी 9वीं पातशाही दी, कि तू अजे तेरा कुछ नहीं बिगड़िया। अजों कछो बिगड़ियो नहीं, जो प्रभ गुण गावे। अज भी उस मालिक दा तू सिमरन शुरू कर, तेरा उधार हो जाएगा। तू इस पासे लग, चेता कर उसनूं जिसनूं भुल्ले होए आ। गुरु साहब जी सानूं याद करवा रहे हैं। हाँ जी। कहो नानक तह भजन ते निरपै पद पावे। गुरु साहब जी बड़े प्यार दे नाल फरमा रहे ने, अगर तू भजन करेगा, कहो नानक ते भजन ते निरपै पद पावे। तैनू अपना देश मिल जाएगा, अपने तो घर चला जाएगा, सदा वास्ते सुखी हो जाएगा। 84 का चक्कर छुट जाएगा तेरा, जमना मरने तो आज़ाद हो जाएगा और अपने देश चला जाएगा। नाल फायदा भी दस रहे है। पहली तुक च गुरु साहब जी फरमा रहे हैं, अजे हैं कुछ बिगड़ियो नहीं, जो प्रभ गुण गावे। अजे तेरा कुछ नहीं बिगड़िया, तू मालिक दे गुण गा। अगली तुक विच सन दस रहे ने, कहो नानक ते भजन ते निरपै पद पावे। अगर तू मालिक दा सिमरन करेगा, भजन बंदगी करेगा, तैनू वो देश मिल जाएगा जिहड़ा देश तेरे पासों छुट्टिया होया है। जदों तो ये दुनिया बनी है, उदों तो साडी रूह आत्मा अपने मालिक पासों बिछड़ के, सतपुरुष के पासों बिछड़ के मृत लोक विच आ गई। काल दे देश विच वापस नहीं जा सकी। संत महापुरुष आए,
ਆਪਣੇ ਆਪ ਨਹੀਂ ਆਉਂਦੇ। ਉਸ ਵਾਹਿਗੁਰੂ ਅਕਾਲ ਪੁਰਖ ਦੀਆਂ ਭੇਜੀਆਂ ਹੋਈਆਂ ਸਰਕਾਰਾਂ ਹੁੰਦੀਆਂ ਨੇ। ਇਹਨਾਂ ਨੂੰ ਪਿੱਛੋਂ ਹੁਕਮ ਹੁੰਦਾ ਹੈ ਕਿ ਜਾਓ ਜੀਵਾਂ ਨੂੰ ਚਤਾਓ, ਜਾ ਕੇ ਵਾਪਸ ਲੈ ਕੇ ਆਓ। ਕਾਲ ਦੁਖੀ ਕਰ ਰਿਹਾ ਇਹਨਾਂ ਨੂੰ। ਜਿਹੜੇ ਜਿਹੜੇ ਜੀਵ ਆਖੇ ਲੱਗ ਜਾਂਦੇ ਸੰਤਾਂ ਦੇ, ਉਹ ਆਪਣੇ ਦੇਸ਼ ਚਲੇ ਜਾਂਦੇ ਆ। ਜਿਹੜੇ ਨਹੀਂ ਮੰਨਦੇ, ਇੱਥੇ ਹੀ ਜਨਮ ਮਰਨ ਦੇ ਚੱਕਰ 'ਚ ਰੀਸਾਈਕਲਿੰਗ ਹੁੰਦੀ ਰਹਿੰਦੀ ਹੈ ਉਹਨਾਂ ਦੀ। ਮਰਿਆ ਫਿਰ ਜੰਮਿਆ, ਮਰਿਆ ਫਿਰ ਜੰਮਿਆ, ਫਿਰ ਮਰਿਆ, ਜੰਮ ਜੰਮ ਮਰੇ, ਮਰੇ ਫਿਰ ਜੰਮੇ। ਬਹੁਤ ਸਜਾਏ ਪਿਆ ਦੇਸ਼ ਲੰਮੇ, ਬੜੇ ਲੰਮੇ ਪੈਂਡੇ ਪੈ ਜਾਂਦੇ ਆ, ਫਿਰ ਚੱਕਰ ਮੁੱਕਣ ਵਾਲਾ ਨਹੀਂ। ਮੰਨ ਲਓ ਸਾਡਾ ਇਹ ਮਨੁੱਖਾ ਜਨਮ ਸਾਡੇ ਹੱਥੋਂ ਨਿਕਲ ਜਾਂਦਾ ਹੈ। ਮਾਲਕ ਦੀ ਬੰਦਗੀ ਤੋਂ ਬਗੈਰ 84 ਲੱਖ ਜੂਨਾਂ ਆਪ ਸਭ ਜਾਣਦੇ ਹੋ। ਸਾਰੀਆਂ ਬਾਣੀਆਂ ਵਿੱਚ ਲਿਖਿਆ ਹੈ। ਮੰਨ ਲਓ ਇੱਕ ਸਾਲ ਇੱਕ ਜਨਮ ਵਿੱਚ ਵੀ ਲੱਗ ਜਾਏ ਸਾਡਾ, 84 ਲੱਖ ਸਾਲ ਲੱਗ ਜਾਣਗੇ ਸਾਨੂੰ ਮਨੁੱਖਾ ਜਨਮ ਲੈਣ ਵਾਸਤੇ। ਹੁਣ ਸਾਨੂੰ ਮਨੁੱਖਾ ਜਨਮ ਮਿਲਿਆ, ਬਾਬਾ ਜੀ ਮਿਲੇ, ਨਾਮਦਾਨ ਮਿਲਿਆ। ਇਹ ਸਾਡੇ ਵਾਸਤੇ ਇੱਕ ਅਪਰਚੁਨਿਟੀ ਹੈ, ਸੁਨਹਿਰੀ ਮੌਕਾ ਹੈ ਆਪਣੇ ਦੇਸ਼ ਜਾਣ ਦਾ। ਇਸ ਤੋਂ ਪਤਾ ਨਹੀਂ ਅਗਲਾ ਮੌਕਾ ਸਾਨੂੰ ਕਿਹੋ ਜਿਹਾ ਹੋਵੇ। ਮੰਨ ਲਓ ਜਨਮ ਮਿਲ ਵੀ ਜਾਵੇ, ਕਰਮਾਂ ਦੇ ਅਨੁਸਾਰ ਮਨੁੱਖਾ ਜਨਮ ਮਿਲ ਵੀ ਜਾਵੇ, ਕੀ ਪਤਾ ਕਿੱਥੇ ਜਨਮ ਹੋਣਾ ਹੈ। ਮਹਾਂਪੁਰਸ਼ ਮਿਲਣ ਕੇ ਨਾ ਮਿਲਣ ਸਾਨੂੰ। ਹੁਣ ਮੌਕਾ ਮਿਲਿਆ ਸਾਨੂੰ, ਆਓ ਇਸ ਮੌਕੇ ਨੂੰ ਸੰਭਾਲੀਏ। ਜੋ ਗੁਰੂ ਸਾਹਿਬ ਜੀ ਬਾਣੀ ਦੁਆਰਾ ਸਮਝਾ ਰਹੇ ਨੇ ਕਿ ਅਗਰ ਤੂੰ ਭਜਨ ਕਰੇਂਗਾ, ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ, ਤੈਨੂੰ ਆਪਣਾ ਨਿਰਭੈ ਦੇਸ਼ ਮਿਲ ਜਾਏਗਾ ਔਰ ਸਦਾ ਵਾਸਤੇ ਤੂੰ ਮੁਕਤ ਹੋ ਜਾਵੇਂਗਾ। ਹਾਂਜੀ। ਜਾਗ ਲੈ ਰੇ ਮਨਾ, ਜਾਗ ਲੈ, ਕਹਾਂ ਗਾਫਲ ਸੋਇਆ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ, ਜਾਗ ਲਿਓ ਰੇ ਮਨਾ, ਜਾਗ ਲਿਓ, ਕਹਾਂ ਗਾਫਲ ਸੋਇਆ। ਅਸੀਂ ਕਿਸੇ ਨੂੰ ਉਠਾਉਂਦੇ ਹਾਂ, ਉਹ ਕਹਿੰਦਾ ਮੈਂ ਜਾਗਦਾ। ਕਿਸੇ ਨੂੰ ਨੀਂਦ ਆਉਂਦੀ ਹੈ ਸਤਸੰਗ ਦੇ ਵਿੱਚ, ਉਸ ਨੂੰ ਕੁਹਲਾ ਦਿਓ, ਉਹ ਆਪਣੀ ਗੱਲ ਮੰਨਣ ਨੂੰ ਤਿਆਰ ਨਹੀਂ ਹੁੰਦਾ, ਉਹ ਕਹਿੰਦਾ ਨਹੀਂ ਮੈਂ ਜਾਗਦਾ। ਲੇਕਿਨ ਸੰਤਾਂ ਦੀ ਬਾਣੀ ਦੇ ਮੁਤਾਬਕ ਅਸੀਂ ਸਾਰੇ ਹੀ ਸੁੱਤੇ ਹੋਏ ਹਾਂ। ਗੁਰੂ ਸਾਹਿਬ ਜੀ ਸਾਨੂੰ ਉਠਾ ਰਹੇ ਨੇ, ਸੁੱਤਿਆਂ ਨੂੰ ਜਗਾ ਰਹੇ ਨੇ। ਸੌਂ ਗਏ ਆ ਕੇ ਮੋਹ ਮਾਇਆ ਦੀ ਨੀਂਦ ਵਿੱਚ, ਇੱਥੇ ਆ ਕੇ ਭੁੱਲ ਗਏ ਉਸ ਮਾਲਕ ਨੂੰ। ਗੁਰੂ ਸਾਹਿਬ ਜੀ ਕਹਿੰਦੇ ਜਾਗ ਲਿਓ ਰੇ ਮਨਾ, ਜਾਗ ਲਿਓ, ਕਹਾਂ ਗਾਫਲ ਸੋਇਆ। ਕਿੱਥੇ ਸੁੱਤਾ ਹੋਇਆ ਤੂੰ? ਕਿਉਂ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ? ਉੱਠ ਜਾਗ, ਕੁਰਾੜੇ ਮਾਰ ਨਹੀਂ, ਇਹ ਸੋਹਣਾ ਤੇਰੇ ਦਰਕਾਰ ਨਹੀਂ। ਇਹ ਬਹੁਤ ਮਹਿੰਗਾ ਪਏਗਾ ਸਾਨੂੰ ਸੋਨਾ। ਪਿੱਛੇ ਸਾਰੀਆਂ ਉਮਰਾਂ 'ਚ ਸੁੱਤੇ ਆਏ ਅਸੀਂ। ਜਿਤਨੇ ਵੀ ਜਾਮੇ ਸਾਡੇ ਹੋਏ, ਚਾਹੇ ਪਸ਼ੂ ਦਾ ਜਾਮਾ ਮਿਲਿਆ, ਪੰਛੀਆਂ ਦਾ ਮਿਲਿਆ, ਸੱਪਾਂ ਦਾ ਮਿਲਿਆ, ਠੂਹਿਆਂ ਦਾ ਮਿਲਿਆ, ਹਾਥੀਆਂ ਦੇ ਜਨਮ ਵਿੱਚ ਗਏ, ਸ਼ੇਰਾਂ ਦੇ ਜਨਮ ਵਿੱਚ ਗਏ, ਸੁੱਤੇ ਰਹੇ ਸਾਰੀ ਹੁੰਦਾ। ਆਓ ਹੁਣ ਜਾਗਣ ਦਾ ਵੇਲਾ, ਜਾਗੀਏ। ਗੁਰੂ ਸਾਹਿਬ ਜੀ ਸਾਨੂੰ ਚੇਤਾ ਕਰਵਾ ਰਹੇ ਹੈ, ਇਹ ਬਾਣੀਆਂ ਉਹਨਾਂ ਜਾਨਵਰਾਂ ਵਾਸਤੇ ਨਹੀਂ ਬਣਾਈਆਂ ਪਏ, ਤੁਸੀਂ ਇਸ ਨੂੰ ਸਮਝ ਲਓਗੇ। ਉਹ ਸਮਝ ਨਹੀਂ ਸਕਦੇ, ਉਹਨੂੰ ਪਤਾ ਹੀ ਨਹੀਂ। ਇਹ ਸਾਡੇ ਵਾਸਤੇ ਬਣਾਈਆਂ ਨੇ, ਇਨਸਾਨਾਂ ਵਾਸਤੇ। ਤੇ ਹੁਣ ਵਕਤ ਮਿਲਿਆ ਤੁਹਾਨੂੰ, ਇਹ ਮਨੁੱਖਾ ਜਨਮ ਮਿਲਿਆ, ਕਿਉਂਕਿ ਸਮਝ ਸਕਦੇ ਹਾਂ ਅਸੀਂ ਸਾਰੀ ਗੱਲ ਦੀ, ਸਾਨੂੰ ਸਮਝ ਹੈ। ਗੁਰੂ ਸਾਹਿਬ ਜੀ ਫਰਮਾ ਰਹੇ ਨੇ ਜਾਗ ਲਿਓ ਰੇ ਮਨਾ, ਜਾਗ ਲਿਓ ਦਾ ਮਤਲਬ ਅਸੀਂ ਸੁੱਤੇ ਹੋਏ ਹਾਂ ਤਾਂ ਹੀ ਸਾਨੂੰ ਜਗਾ ਰਹੇ ਹੈ ਗੁਰੂ ਸਾਹਿਬ ਜੀ। ਕਹਾਂ ਗਾਫਲ ਸੋਇਆ, ਕਿੱਥੇ ਸੁੱਤਾ ਹੋਇਆ, ਕਿੱਥੇ ਗਾਫਲ ਹੋਇਆ, ਮੋਹ ਮਾਇਆ ਦੀ ਨੀਂਦ ਵਿੱਚ ਤੋਂ ਸੁੱਤਾ ਹੋਇਆ। ਆਪਣਾ ਆਪਣਾ ਕਰ ਰਿਹਾ ਤੂੰ, ਆਪਣੇ ਮਕਾਨ ਬਣਾਉਣਾ ਹੈ, ਪਤਾ ਨਹੀਂ ਤੂੰ ਰਹਿਣਾ ਵੀ ਹੈ ਮਕਾਨਾਂ ਵਿੱਚ ਕਿ ਨਹੀਂ ਰਹਿਣਾ। ਗਾਫਲ ਹੈ। ਸਾਡੇ ਹਿੰਦੁਸਤਾਨ ਦੇ ਵਿੱਚ ਮਹਿਤੇ ਚੌਂਕ ਤੋਂ ਲਾਗੇ ਇੱਕ ਬਿਲਡਿੰਗ ਬਣ ਰਹੀ ਸੀ। ਬੜੇ ਚਿਰ ਦੀ ਗੱਲ ਹੈ, 20-25 ਸਾਲ ਦੀ ਗੱਲ ਹੈ। ਉਹ ਸਿੰਗਾਪੁਰ ਬੰਦਾ ਰਹਿੰਦਾ ਸੀ, ਉਸਨੇ ਕਾਫੀ ਪੈਸਾ ਭੇਜਿਆ। 4 ਮੰਜ਼ਿਲ ਬਿਲਡਿੰਗ ਉਸਨੇ ਬਣਾਈ, ਬਹੁਤ ਖੂਬਸੂਰਤ, ਕਰੋੜਾਂ ਰੁਪਈਆ ਲਾਇਆ ਹੋਏਗਾ। ਇੱਕ ਦਿਨ ਐਸਾ ਹੋਇਆ ਕਿ ਉਦੋਂ ਸੜਕਾਂ ਖੁੱਲ੍ਹੀਆਂ ਹੋਣੀਆਂ ਸੀਗੀਆਂ। ਗੌਰਮੈਂਟ ਨੇ ਆਰਡਰ ਕੀਤੇ ਵੀ ਸੜਕਾਂ ਖੁੱਲ੍ਹੀਆਂ ਕੀਤੀਆਂ ਜਾਣ, ਜਿਹੜੀਆਂ ਵਿੱਚ ਮਕਾਨ ਆਉਂਦੇ, ਦੁਕਾਨਾਂ ਆਉਂਦੀਆਂ, ਢਾਹ ਦਿੱਤੀਆਂ ਜਾਣ। ਉਸ ਨੂੰ ਸੁਨਾਹ ਮਿਲ ਗਿਆ ਕਿ ਤੇਰੀ 4 ਮੰਜ਼ਲੀ ਬਿਲਡਿੰਗ ਜਿਹੜੀ ਹੈ ਉਹ ਸੜਕ ਦੇ ਵਿੱਚ ਆ ਗਈ ਹੈ ਔਰ ਗੌਰਮੈਂਟ ਨੇ ਉਸ ਨੂੰ ਢਾਹ ਦੇਣਾ। ਹੁਣ ਉਹਦੇ 'ਤੇ ਉਹਨਾਂ ਨੇ ਮੋਹਰ ਲਾ ਦਿੱਤੀ ਹੈ ਢਾਉਣ ਵਾਸਤੇ। ਦੇਖਣ ਵੀ ਨਹੀਂ ਆਇਆ, ਸਿੰਗਾਪੁਰ ਹੀ ਅਟੈਕ ਹੋ ਕੇ ਮਰ ਗਿਆ ਉਹ।
की है जिंदगी बंदे दी। उसने बनती भी नहीं देखी, बनी भी नहीं देखी, इतनी गल सुन के उसनों अटैक हो गया। कित्थे सुत्ते हैं असी। गुरु साहब जी सानू याद करवा रहे हैं। मन में बड़े सुपने होणगे उसते कि मैं देखांगा, सोहनी बिल्डिंग बनाई है मैं, लेकिन देखण दा भी मौका नहीं मिलिया। बड़े बड़े लाले बिल्डिंगां बना रहे ने, बड़े बड़े सरदार बिल्डिंगां बना रहे ने, मजदूरों का पैसा देन वाला, राजां का पैसा देन वाला, पैसा देन वाला लाला जी दुनिया तो चले भी गए, की पता है गाफल नहीं तो होर की है। क्यों नहीं उस मालिक नूं याद करते। अज कल कर रहे हैं, अज कल लारे ला रहे हैं, अज नहीं होया कल करूँगा, यहो जिहा अज यहो जिहा कल आ। आज कहे मैं काल भजूंगा, काल कहे फिर काल, आज काल करतियां अवसर जासी चाल। उम्र साडी खत्म हो गई है लारे लाउंदियां नूं। जे असी लारे लावांगे तो वह भी सानू फिर लारे ही लाएगा। आओ मालिक नूं याद करिए। गुरु साहब जी सानू ठा रहे सुत्तियां नूं, जाग लियो रे मना, जाग लियो कहाँ गाफल सोया, कित्थे तो सुता होया। हाँ जी। जो तन उपजिया संग ही, सो पी संग ना होया। गुरु साहब जी बड़े प्यार दे नाल फरमा रहे ने, जो तन उपजिया संग ही, सो भी संग ना होया। दुनिया की गल तो बहुत दूर दी है। आ शरीर लैके जड़ा तो दुनिया दे विच आया भाई, इन्ने भी तेरा साथ छड़ दिता। जिउंदियां जिउंदियां साथ छड़ जांदा साडा है। देखो कितनी कितनी बीमारियां लगियां हुई ने, अजे असी जिउंदे हाँ, साडे गोडे रह गए, लक रह गया, अखां रह गईयां, दिखना बंद हो गया, कन्ना चो सुनदा नहीं, मूँह चो दंद निकल गया। किस चीज़ का मान है, किहड़ी गल दा मान करदा। जो तन उपजिया संग ही, सो भी संग ना होया। फरीद साहब जी महाराज लिखदे है, दंदा कन्ना लोहिना तिन्ना दित्ती हार, बंदिया तैनू छड़ चले बाल सखाइयां दे यार। तेरे बचपन दे दोस्त सी, ये दंद पत्थर चबा जाया करदे सी, अज रोटी खानों भी रह गए है, कौन खा गया इसनूं। ये कान बड़े बड़े राग रागणियां सुनते सी, कौन खा गया। ये अखां दूर तक देख लैंदियां हियां, लागे पई चीज़ नहीं हुण लभदी। ये भी साथ छड्ड गया साडा शरीर, जिसनूं असी कितनी खुराकां दिन्ने, असी जवान रहीए, तकड़े रहीए, सदा वास्ते असी रहीए। ये भी साथ छड्ड गया। कौन दुनिया दे विच होर किहदे ते मन करना है। जो तन उपजिया संग ही, सो भी संग ना होया। गुरु साहब जी फरमा रहे ने, तेरा अपना शरीर ही साथ छड्ड गया, बाकी यार दोस्त ते बड़ी दूर दी गल है। कौन किसे दा बनदा है, कोई नहीं बनदा किसे दा। अमृतसर दी गल है, जो मैं अखी देखिया वो मैं गल दस रहा। एक बजुर्ग सन नाग कलां दे, साडे मास्टर जी लुधियाने वाले, उन्होंने बड़े भरा सन। नागां विच उन्हां दी जमीन सी, एक उन्हां दी बेटी एक बेटा उन्हां दा अमेरिका चला गया, बहुत देर की गल आ। बेटी ने यह गल आखी कि पिता जी मैनूं सारी जमीन बेच के दे दिओ, मैनूं कोठी पा दिओ, मैं तुहानूं अपने कोल रखांगी, क्यों तुसीं धक्के खांदे फिरदे हो। लालच विच आ गया भी चलो मैं की करना है, सब कुछ इहदा ही आ। मुंडे ने तो आउणा नहीं, उन्हें जवाब दे दिता है। 10 किले पैली सी उसने, ज़्यादा सी पता नहीं, बेच के सारी अपनी बेटी नूं दे दित्ती है। अमृतसर कोठी बना ली उन्होंने, अपनी बेटी के पास चला गया। 2-3 महीने रहा, बीमार हो गया। उससे बेटी ने चुक के गली में सुट दिता अपने प्यो नूं। बाबा जी नूं पता लगा, सारी संगत नूं पता है इस गल का। बाबा जी नूं पता लगा, बाबा जी ने बुलाया उपर, कहन लगे भाई वो मास्टर जी नूं लै आओ, गली विच पिया कल दा। लै आंदा उसनूं, ठंड नाल बीमार होया सी वो। देखो कौन है अपना, किहदे ते विश्वास करना, सब कुछ दे बैठा।
लिख के दे बैठा, जमीन विक गई। आखिर बाकी की जिंदगी उन्हें बाबा जी के पास कढ़ी। उन्होंने चुक के असीं लै जाते हैं अंदर, उसकी सेवा जो होंदी ही बन सकती साडे कोल करते हाँ। क्या ये दुनिया साडा साथ देगी? सब कुछ लैके धक्के मार के घरों बाहर कढ़ दिंदे है। जिहड़े माँ प्यो ने 5-6 बच्चों ने रोटी खवाई होंदी है, जदों उन्हां दी बारी आउंदी है 2 रोटियां देण दी घरों धक्के मार दिंदे है। पढ़ाउंदे आ माता पिता, नौकरियां ते लगाउंदे है, लेकिन जदों उन्हां दे 2 रोटियां दी बारी आउंदी है कोई नहीं संभालदा उन्हां नूं। की संभालना किस ने? जो बाणियां लिखियां ठीक लिखियां गुरु साहिबान, है ही कोई नहीं अपना। आओ उसनूं अपना बना लईए जिन्हें साडा साथ देना है। वो सज्जन, वो साथी है, साडा दोस्त है। वो माता भी है, पिता भी है, परमेश्वर भी है, विद्या भी है, ज्ञान भी है साडा। तबेम माता तबेम चा पिता, तबेम बंधु तबेम चा सखात मेवा, तबेम विद्या त्रिवड़िम तबेम सब मम देव देवा। देवतियां दा देवता आ वो, साडा सखा भी है, बंधु भी है, माता भी है, पिता भी है। वो है साडे बाबा जी, और कोई नहीं। एक उहदे तो सिवा किसी ने साडी संभाल नहीं करनी। शरीर ही साडा नहीं रहा अपना नाल, इहो ही जवाब दे गया। कौन साथ देगा? साडे दुनिया वाले इत्थे छड़ दिंदे है। महीना नहीं होया तलाक हो जाता है। बड़े वायदे किते जाते हैं शादी के वेले, इस तरह करांगे, इकट्ठे रवांगे, आ बनावांगे, आ करांगे, मैं तेन सैरां करावांगा। कित्थे गए वायदे? वो झूठे वायदे। दुनिया में सब कुछ हो रहा, मैं वो दस रहा। लव मैरिज करते हैं, खैर मेरा ये टॉपिक नहीं है, लेकिन मेरे पास केस आउंदे है कि लव मैरिज की, उन्हें कहा कोठी बना के देवांगे, आ करांगे, तेन कारां लै देंगा, तेन समान तो तोड़ के तारे लिया देंगा। जदों शादी करनी होंदी है धक्के मार के घरों बाहर कढ़ दिता उसने। रोंदे फिरदे गलियां में धक्के खांदे फिरदे। ये दुनिया वाले साथ देंगे साडा? कोई किसी का साथी नहीं सवाए सतगुर तो। वो अपना है, अपना, उन्होंने अपना कह सकते हैं। बाकी दुनिया वाले पता नहीं कितने धक्का मार के सुट देना किसी। जाओ मरो जाके। जो गुरु साहब जी सानू बाणियों द्वारा समझा रहे हैं, ठीक समझा रहे हैं। जो तन उपजया संग ही, वो भी संग ना होया। देखो कितने अफसोस के नाल गुरु साहब जी कह रहे हैं। इस शरीर की कितनी हिफाजत करते हैं असी, पालते हैं, रखते हैं, देखभाल करते हैं। कुछ भी हो जाए फटाफट डॉक्टर के पास जाने हैं, मैनू कुछ हो ना जाए, लेकिन ये भी साडा साथ छड़ दिंदा है। किन्ने साथ देना साडा? हाँ जी। मात पिता सुत बंद जन, हित जास्यों की ना। गुरु साहब जी बड़े प्यार दे नाल फरमा रहे ने, मात पिता सुत बंद जन, हित जास्यों की ना। इन्हां दे नाल असी हेत बधाया होया अपने बंधुआं दे नाल, मात पिता पुत्रां नाल, संबंधियां दे नाल साडा हेत बधाया होया। ये साडा साथ नहीं देंगे। इन्हां दा इतना क साथ होवेगा कि जदों बंदा दुनिया तो जाएगा ये अगे होणगे उस वेले। फरीद साहब जी महाराज लिखते हैं, साडे त्रैमण दे ही चले पानी अन्न, बंदा आया दुनी विच बत असोनी बन, मलकल मौत जो आवसी सब दरवाजे पन, तिन्ना प्यारियां भाइयां अगे दिता बन, देखो बंदा चलिया 4 जनियां दे कन, पर फरीदा अमल जो कीते दुनी विच सो दरगाह आए कम। अमलां ते होणगे नबेड़े। दुनियादार बंदा पैदा होया, रोटी पानी नाल चलदा है, पत असोनी बन, पर मलकल मौत जो आवसी, जदों मौत आउणी है
10 ਕੋਠੜੀਆਂ ਦੇ ਵਿੱਚ ਲੁਕ ਜਾਈਏ, ਉੱਥੋਂ ਵੀ ਕੱਢ ਕੇ ਇਸ ਨੇ ਲੈ ਆਉਣਾ। ਸਭ ਦਰਵਾਜ਼ੇ ਭੰਨ, ਕੋਈ ਦਰਵਾਜ਼ਾ ਉਸ ਨੂੰ ਲੋਹੇ ਦਾ ਦਰਵਾਜ਼ਾ ਵੀ ਨਹੀਂ ਰੋਕ ਸਕਦਾ। ਉੱਥੋਂ ਵੀ ਮੌਤ ਜਮਦੂਤ ਕੱਢ ਕੇ ਸਾਨੂੰ ਲੈ ਆਏਗਾ। ਮਲਕਲ ਮੌਤ ਜੋ ਆਪ ਸੀ, ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਜਿਹੜੇ ਸਾਡੇ ਆਪਣੇ ਭੈਣ ਭਰਾ ਸਕੇ ਹੋਣਗੇ ਉਹ ਸਭ ਤੋਂ ਅੱਗੇ ਹੋਣਗੇ। ਉਸ ਵੇਲੇ ਕਹਿੰਗੇ ਛੇਤੀ ਕਰੋ, ਇਸ ਨੂੰ ਲੈ ਚਲੋ, ਨਿਆਣੇ ਭੁੱਖੇ ਐ, ਫਟਾਫਟ ਲੈ ਚਲੀਏ ਇਸ ਨੂੰ ਸ਼ਮਸ਼ਾਨ ਘਾਟ। ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਜਿਹੜੇ ਦੂਰ ਦੇ ਰਿਸ਼ਤੇਦਾਰ ਆਏ ਹੁੰਦੇ ਆ, ਬਾਕਵਾ ਆਏ ਹੁੰਦੇ ਆ, ਯਾਰ ਦੋਸਤ, ਉਹ ਦੂਰ ਦੂਰ ਬੈਠੇ ਹੁੰਦੇ ਆ, ਸਾਡੇ ਆਪਣੇ ਸਕੇ ਭੈਣ ਭਰਾ ਜਿਹੜੇ ਆ, ਜੋ ਗੁਰੂ ਸਾਹਿਬ ਜੀ ਫਰਮਾ ਰਹੇ ਨੇ, ਇਹ ਅੱਗੇ ਹੋਣਗੇ ਉਸ ਵੇਲੇ। ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਅੱਗੇ ਹੋ ਕੇ ਸਾਰੇ ਕੰਮ ਕਾਜ ਕਰਨਗੇ। ਦੇਖੋ ਬੰਦਾ ਚਲਿਆ 4 ਜਣਿਆਂ ਦੇ ਕੰਨ, 4 ਬੰਦੇ ਚੁੱਕੇ ਤੈਨੂੰ ਲੈ ਜਾਣਗੇ। ਕੋਈ ਪਤਾ ਨਹੀਂ ਰੂਹ ਆਤਮਾ ਕਿੱਧਰ ਗਈ, ਕੀ ਹੋਇਆ। ਪਰ ਅਮਲ ਜੋ ਕੀਤੇ ਦੁਨੀ ਵਿੱਚ ਸੋ ਦਰਗਾਹ ਆਏ ਕੰਮ। ਜਿਹੜੇ ਅਸੀਂ ਚੰਗੇ ਅਮਲ ਕੀਤੇ ਹੋਣਗੇ, ਦੁਨੀਆ ਦੇ ਵਿੱਚ ਅੱਛੇ ਕਰਮ ਕੀਤੇ ਹੋਣਗੇ, ਸਾਡੇ ਦਰਗਾਹ ਵਿੱਚ ਉਹ ਸਾਥ ਦੇਣਗੇ। ਸਾਡੇ ਭੈਣ ਭਰਾ ਇਹ ਉਸ ਦਰਗਾਹ ਵਿੱਚ ਨਹੀਂ ਜਾ ਸਕਦੇ। ਇਹਨਾਂ ਦਾ ਸਾਥ ਸਿਰਫ ਸ਼ਮਸ਼ਾਨ ਘਾਟ ਤੱਕ ਹੀ ਹੈ। ਉੱਥੇ ਅਗਨੀ ਭੇਟ ਕਰ ਆਉਣਗੇ, ਆਪਣੇ ਘਰਾਂ ਨੂੰ ਵਾਪਸ ਆ ਜਾਣਗੇ। ਇਹਨਾਂ ਦਾ ਇਤਨਾ ਕੰਮ ਹੈ ਜੋ ਗੁਰੂ ਸਾਹਿਬ ਜੀ ਫਰਮਾ ਰਹੇ ਨੇ ਕਿ ਤੇਰੇ ਇਹ ਭੈਣ ਭਰਾ, ਮਾਤਾ ਪਿਤਾ, ਇਹਨਾਂ ਦਾ ਮਨ ਕਰਦਾ ਹੈ ਤੂੰ, ਕਿਆ ਇਹ ਤੇਰੇ ਸਾਥ ਜਾਣਗੇ, ਮੌਤ ਦੇ ਵੇਲੇ ਤੇਰਾ ਸਾਥ ਦੇਣਗੇ। ਇਹ ਪਹੁੰਚ ਨਹੀਂ ਸਕਦੇ ਉੱਥੇ। ਹਾਂਜੀ। जियो छुटियो जब देहते डार अगन में दीना। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ, ਜਦੋਂ ਤੇਰੀ ਜੀਵ ਆਤਮਾ ਸਰੀਰ ਵਿੱਚੋਂ ਨਿਕਲ ਜਾਏਗੀ, ਇਹ ਤੇਰੇ ਭੈਣ ਭਰਾ ਜਿਹੜੇ ਆ ਤੈਨੂੰ ਅਗਨੀ ਭੇਟ ਕਰ ਦੇਣਗੇ ਜਾਂ ਦਫਨਾ ਦੇਣਗੇ ਰੀਤੀ ਰਿਵਾਜ ਦੇ ਅਨੁਸਾਰ। ਜਿਉ ਛੂਟਿਓ ਜਬ ਦੇ ਤੇ ਡਾਰ ਅਗਨ ਮੈਂ ਦੀਨਾ। ਇਤਨਾ ਕੋ ਕੰਮ ਹੈ, ਇਹੋ ਹੀ ਕੰਮ ਕਰ ਸਕਦੇ ਆ, ਇਤਨਾ ਕੰਮ, ਹੋਰ ਤੇਰਾ ਕੋਈ ਭਲਾ ਨਹੀਂ ਇਹ ਕਰ ਸਕਦੇ। ਤੈਨੂੰ ਅਗਨੀ ਭੇਟ ਕਰ ਦੇਣਗੇ, ਤੇਰਾ ਦੁਨੀਆ ਤੇ ਇਹਨਾਂ ਨਾਲ ਲੇਖਾ ਜੋਖਾ ਖਤਮ ਹੋ ਜਾਏਗਾ। ਉੱਥੇ ਕੌਣ ਤੇਰਾ ਸਹਾਈ ਹੋਵੇਗਾ। ਬੜੇ ਬਾਬਾ ਜੀ ਦੇ ਵੇਲੇ, ਮਹਾਰਾਜ ਬਾਬਾ ਤੇਜਾ ਸਿੰਘ ਜੀ ਦੇ ਵੇਲੇ, ਮਾਤਾ ਸੀ ਇੱਕ ਬਜ਼ੁਰਗ ਬਾਬਾ ਜੀ ਦੇ ਨਾਲ ਰਹਿੰਦੀ ਸੀ, ਉਹ ਵੀ ਬੀਬੀ ਨਾਮੋ ਜੀ ਸ਼ਾਇਦ ਉਹਨਾਂ ਦਾ ਨਾਂ ਸੀਗਾ। ਬਾਹਰ ਕੋਈ ਪੂਰਾ ਹੋ ਗਿਆ, ਦਰਵਾਜ਼ਾ ਖੜਕਾਈ ਜਾਵੇ, ਬਾਬਾ ਜੀ ਦਾ ਭੰਨੀ ਜਾਵੇ ਗੁਫਾਲਾ, ਬਾਬਾ ਜੀ ਬਾਬਾ ਜੀ ਬਾਬਾ ਜੀ ਭਜਨ ਤੇ ਬੈਠੇ ਸੀ ਵੱਡੇ ਮਹਾਰਾਜ ਜੀ ਬਾਬਾ ਤੇਜਾ ਸਿੰਘ ਜੀ। ਹਾਰ ਕੇ ਬੂਹਾ ਖੋਲਿਆ ਗੁੱਸੇ ਨਾਲ, ਕਹਿੰਦੀ ਮਹਾਰਾਜ ਜੀ ਉਹ ਫਲਾਣਾ ਮਰ ਗਿਆ, ਉਹ ਪੂਰਾ ਹੋ ਗਿਆ। ਮਹਾਰਾਜ ਕਹਿੰਦੇ, ਕਹਿਣ ਲੱਗੇ ਤੁਹਾਨੂੰ ਇੱਥੋਂ ਦੀ ਪਈ ਹੈ, ਮੈਨੂੰ ਅੱਗੋਂ ਦੀ ਪਈ ਹੈ, ਉਸ ਨੂੰ ਕੋਈ ਜਗ੍ਹਾ ਨਹੀਂ ਮਿਲ ਰਹੀ ਉਹਦੀ ਆਤਮਾ ਨੂੰ। ਖਬਰਦਾਰ ਮੇਰਾ ਬੂਹਾ ਖੜਕਾਇਆ ਕਿਸੇ ਨੇ ਤੇ ਦੇਖ ਲਾਂਗਾ ਬਾਅਦ ਵਿੱਚ। ਉੱਥੇ ਕੌਣ ਸਹਾਈ ਸਾਡਾ, ਕੌਣ ਜਾ ਸਕਦਾ ਉੱਥੇ। ਸੰਤ ਮਹਾਂਪੁਰਸ਼, ਰੂਹ ਦੀ ਸੰਭਾਲ ਹੋਈ। ਫਿਰ ਬਾਬਾ ਜੀ ਕਹਿੰਦੇ ਹੁਣ ਕਰੋ ਗੱਲ ਮੇਰੇ ਨਾਲ, ਕੀ ਕਰਨਾ ਹੈ, ਜਾਓ ਕੱਪੜਾ ਪਾਓ, ਸਾਰੇ ਬੰਦੇ ਜਾਓ, ਲੈ ਜਾਓ ਇਸ ਨੂੰ, ਮੇਰਾ ਕੰਮ ਹੋ ਗਿਆ। ਇਹ ਕੌਣ ਕਰ ਸਕਦਾ ਹੈ। ਸੀਲਵੰਤ ਸਤਿਗੁਰੂ, ਪੂਰਨ ਮਹਾਂਪੁਰਸ਼, ਅੱਜ ਜਿਨ੍ਹਾਂ ਦੇ ਦਰਬਾਰ ਵਿੱਚ ਅਸੀਂ ਬੈਠੇ ਹਾਂ, ਮਾਣ ਹੈ ਉਹਨਾਂ ਤੇ ਸਾਨੂੰ, ਬੰਦਗੀ ਤੇ ਮਾਣ, ਬਾਬਾ ਜੀ ਦੇ ਦਰਬਾਰ ਤੇ ਮਾਣ ਔਰ ਬਾਬਾ ਜੀ ਦੇ ਬਚਨਾਂ ਤੇ ਮਾਣ। ਐਸੇ ਮਹਾਂਪੁਰਸ਼ਾਂ ਦਾ ਸਾਨੂੰ ਸੰਗ ਮਿਲਿਆ, ਜਿਹੜੇ ਕੁੱਲ ਮਾਲਕ ਨੇ, ਖੰਡਾਂ ਬ੍ਰਹਮੰਡਾਂ ਦੇ ਮਾਲਕ ਨੇ। ਸਾਨੂੰ ਮੁਕਤੀ ਮੰਗਣ ਦੀ ਕੋਈ ਲੋੜ ਨਹੀਂ। ਸੰਤ ਨਾ ਮੰਗੇ ਮੁਕਤ ਕੋ, ਨਹੀਂ ਪਦਾਰਥ ਚਾਰ, ਨਹੀਂ ਪਦਾਰਥ ਚਾਰ, ਮੁਕਤ ਸੰਤਨ ਕੀ ਚੇਰੀ। ਮੁਕਤੀ ਤਾਂ ਦਾਸੀ ਹੈ ਸੰਤਾਂ ਦੀ, ਕਿਉਂ ਮੰਗਣੀ ਅਸੀਂ ਉਹਨਾਂ ਨੂੰ ਮੰਗ ਲਈਏ। ਇੱਕ ਤੇਰਾ ਪਿਆਰ ਜੇ ਸਾਨੂੰ ਮਿਲ ਜਾਵੇ, ਅਸੀਂ ਦੁਨੀਆ ਤੋਂ ਹੋਰ ਕੀ ਲੈਣਾ। ਕੀ ਹੈ ਦੁਨੀਆ ਦਾ, ਮਾਲਕ ਤੇਰਾ ਪਿਆਰ ਮਿਲਦਾ ਰਹੇ ਸਾਨੂੰ।
ਕਿਤੇ ਇੱਕ ਸੁਪਨਾ ਆ ਜਾਵੇ ਬਾਬਾ ਜੀ ਦਾ ਕਿਸੇ ਨੂੰ, ਸਤਸੰਗੀ ਨੂੰ, ਖੁਸ਼ੀ ਨਾਲ ਉਹਦੇ ਪੈਰ ਨਹੀਂ ਪੁੰਜੇ ਲੱਗਦੇ। ਉਹ 10-20 ਬੰਦਿਆਂ ਨੂੰ 10 ਨਾ ਲਵੇ ਨਹੀਂ ਤੇਰੇ ਨੂੰ ਚੈਨ ਨਹੀਂ ਆਉਂਦਾ। ਇਤਨੀ ਖੁਸ਼ੀ ਹੈ ਉਹਦੇ ਵਿੱਚ, ਆਉਣ ਦੇ ਵਿੱਚ। ਸਾਨੂੰ ਉਹਦਾ ਪਿਆਰ ਚਾਹੀਦਾ, ਦੁਨੀਆ ਦਾ ਪਿਆਰ ਕਾਹਦਾ? ਝੂਠਾ ਪਿਆਰ ਹੈ। ਇੱਥੇ ਇੱਥੇ ਸਾਥ ਛੱਡ ਦਿੰਦੇ। ਗੁਰੂ ਸਾਹਿਬ ਜੀ ਫਰਮਾ ਰਹੇ ਨੇ ਕਿ ਜੀਓ ਛੂਟਿਓ ਜਬ ਦੇ ਤੇ ਡਾਰ ਅਗਨ ਮੈਂ ਦੀਨਾ। ਆਏ ਸਾਰੇ ਧਿਆਨ ਧਰ ਕੇ ਬੈਠੋ, ਇੱਕ ਮਨ ਹੋ ਕੇ ਦੇਖੋ ਤੁਹਾਨੂੰ ਬਾਬਾ ਜੀ ਦੀ ਖੁਸ਼ੀ ਮਿਲਦੀ ਹੈ ਕਿ ਨਹੀਂ। ਇੱਕ ਮਨ ਟਿਕਾਓ ਆਪਣੇ ਮਨ ਨੂੰ, ਕਿਤੇ ਗਏ ਨਹੀਂ ਹੋ। ਰੱਬ ਸਾਥੀ ਬੱਖ ਨਹੀਂ, ਪਰ ਦੇਖਣ ਵਾਲੀ ਅੱਖ ਨਹੀਂ। ਸਾਡੀਆਂ ਅੱਖਾਂ ਵਿੱਚ ਜਹਾਨ ਵਸਦਾ ਹੈ। ਬੜੇ ਪਿਆਰ ਦੇ ਸ਼ਬਦ ਪੜ੍ਹੇ ਜਾਂਦੇ ਆ, ਆ ਸਤਿਗੁਰ ਮੇਰੀਆਂ ਅੱਖਾਂ ਵਿੱਚ ਬੈਠ ਜਾ। ਅੱਖਾਂ ਮੈਂ ਰੱਖੀਆਂ ਵਾਸਤੇ ਤੇਰੇ, ਖਾਲੀ ਰੱਖੀਆਂ ਨੇ। ਕਿੱਥੇ ਹੈ ਸਾਡੀਆਂ ਅੱਖਾਂ ਵਿੱਚ ਪਰਮਾਤਮਾ? ਸਾਡੀਆਂ ਅੱਖਾਂ ਦੇ ਵਿੱਚ ਪੂਰਾ ਜਹਾਨ ਵਸ ਰਿਹਾ ਹੈ, ਸਾਰੀ ਦੁਨੀਆ ਵਸ ਰਹੀ ਹੈ, ਧੀਆਂ ਪੁੱਤਰ ਵਸ ਰਹੇ ਆ, ਜ਼ਮੀਨਾਂ ਜਾਇਦਾਦਾਂ ਸਾਡੀਆਂ ਅੱਖਾਂ ਦੇ ਵਿੱਚ ਨੇ। ਆਵਾਜ਼ਾਂ ਮਾਰਨ ਦੀ ਉਸ ਨੂੰ ਲੋੜ ਨਹੀਂ। ਜਿਸ ਦਿਨ ਸਾਡੀਆਂ ਅੱਖਾਂ ਖਾਲੀ ਹੋ ਗਈਆਂ, ਆਪਣੇ ਆਪ ਆ ਜਾਏਗਾ ਮਾਲਕ ਸਾਡੀ ਅੱਖਾਂ ਦੇ ਵਿੱਚ। ਪਰ ਦੁਨੀਆ ਦੇ ਰਿਸ਼ਤੇ ਗੁਰੂ ਸਾਹਿਬ ਜੀ ਸਮਝਾ ਰਹੇ ਨੇ। ਇਤਨੇ ਕ ਹੈ ਨੇ ਕਿ ਜੀਓ ਛੂਟਿਓ ਜਬ ਦੇ ਤੇ ਡਾਰ ਅਗਨ ਮੈਂ ਦੀਨਾ। ਜਿਸ ਦਿਨ ਤੇਰੀ ਸਰੀਰ ਚੋਂ ਉਹ ਆਤਮਾ ਨਿਕਲ ਜਾਏਗੀ, ਤੂੰ ਮੁਰਦਾ ਹੋ ਜਾਏਗਾ, ਔਰ ਇਹ ਤੈਨੂੰ ਅਗਨੀ ਭੇਟ ਕਰ ਦੇਣਗੇ। ਕਹਿ ਦੇਣਗੇ ਹੁਣ ਇਹ ਮਰ ਗਿਆ, ਹੁਣ ਜਿੰਦਾ ਨਹੀਂ, ਹੁਣ ਨਹੀਂ ਇਸਨੇ ਵਾਪਸ ਆਉਣਾ। ਇਸ ਬੁੱਤ ਨੇ ਹਜ਼ੂਰ ਮਹਾਰਾਜ ਫਰਮਾਉਂਦੇ ਹੁੰਦੇ ਸੀ ਕਈ ਵਾਰ ਆਪਣੀ ਮੌਜ ਵਿੱਚ ਆ ਕੇ, ਬੜੇ ਉਹਨਾਂ ਦੇ ਉੱਚੇ ਵਿਚਾਰ ਸਨ, ਪਾਰਦਰਸ਼ੀ ਸਨ ਬਾਬਾ ਜੀ ਸਾਡੇ, ਸਭ ਪਤਾ ਸੀ ਉਹਨਾਂ ਨੂੰ ਕਿ ਬੁੱਤ ਤਾਂ ਕਹਿੰਦਾ ਰੂਹ ਨੂੰ ਫੇਰ ਮਿਲੇ ਇੱਕ ਵਾਰੀ। ਜਦੋਂ ਬੁੱਤ ਵਿੱਚੋਂ ਰੂਹ ਨਿਕਲ ਗਈ, ਭੂਤ ਬਣ ਗਿਆ, ਸਾਰੇ ਹੁਣ ਇਹੋ ਹੀ ਕਹਿੰਦੇ ਸੀ ਇਸ ਨੂੰ ਲੈ ਚਲੋ, ਹੁਣੇ ਮਰ ਗਿਆ। ਬੁੱਤ ਕਹਿੰਦਾ ਰੂਹ ਨੂੰ ਵੀ ਤੇਰੇ ਨਾਲ ਮੇਰੀ ਸੋਭਾ ਸੀ, ਮੈਂ ਚੱਲਦਾ ਫਿਰਦਾ ਸੀ, ਤੂੰ ਫਿਰ ਵੀ ਮੈਨੂੰ ਕਿਤੇ ਮਿਲੇਂਗੀ। ਬੁੱਤ ਤਾਂ ਕਹਿੰਦਾ ਰੂਹ ਨੂੰ ਫਿਰ ਮਿਲੇ ਇੱਕ ਵਾਰੀ। ਤੇਰੇ ਬਾਝ ਡਰਾਉਣਾ ਬਣਿਆ, ਹਰ ਕੋਈ ਮੈਥੋਂ ਡਰਦਾ। ਕੱਢੋ ਕੱਢੋ ਸਾਰੇ ਕਹਿੰਦੇ, ਜੋ ਕੋਈ ਕੰਨੀਓ ਫੜਦਾ। ਅੱਜ ਤੇਰੇ ਤੋਂ ਬਗੈਰ ਮੇਰਾ ਇਹ ਹਾਲ ਹੋ ਗਿਆ ਹੈ। ਜਿਹੜਾ ਕੋਈ ਆਉਂਦਾ ਰਿਸ਼ਤੇਦਾਰ, ਉਹ ਕਹਿੰਦੇ ਛੇਤੀ ਲੈ ਚਲੋ ਇਸ ਨੂੰ, ਛੇਤੀ ਲੈ ਚਲੋ, ਇਹ ਭੂਤ ਹੋ ਗਿਆ ਹੈ, ਛੇਤੀ ਕਰੋ। ਕਿਉਂ ਦੇਰੀ ਹੈ? ਕਿਸ ਗੱਲ ਦੀ ਦੇਰੀ ਹੋ ਰਹੀ ਹੈ? ਅਸੀਂ ਘਰਾਂ ਨੂੰ ਜਾਣਾ ਹੈ, ਛੇਤੀ ਲੈ ਚਲੋ। ਅੱਜ ਮੇਰਾ ਇਹ ਹਾਲ ਹੋ ਗਿਆ। ਬਹੁਤ ਤਾਂ ਕਹਿੰਦਾ ਰੂਹ ਨੂੰ ਫੇਰ ਮਿਲੇ ਇੱਕ ਵਾਰੀ, ਤੋ ਫੇਰ ਵੀ ਮੈਨੂੰ ਕਿਤੇ ਮਿਲੇਗਾ। ਗੁਰੂ ਸਾਹਿਬ ਜੀ ਫਰਮਾ ਰਹੇ ਨੇ, ਜਿਹੜੇ ਤੇਰੇ ਯਾਰ ਦੋਸਤ ਨੇ, ਜਦੋਂ ਤੇਰੇ ਸਰੀਰ ਦੇ ਵਿੱਚੋਂ ਆਤਮਾ ਨਿਕਲੇਗੀ, ਇਹ ਤੈਨੂੰ ਅਗਨੀ ਭੇਟ ਕਰ ਦੇਣਗੇ। ਹਾਂਜੀ। ਜੀਵਨ ਲੋ ਬਿਵਹਾਰ ਹੈ, ਜਗ ਕੋ ਤੁਮ ਜਾਨੋ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ, ਇਹ ਦੁਨੀਆ ਦੇ ਨਾਲ ਸਾਡੇ ਜਿਉਂਦਿਆਂ ਜਿਉਂਦਿਆਂ ਦੇ ਵਿਵਹਾਰ ਨੇ। ਜਿਤਨੀਆਂ ਵੀ ਸਾਡੀਆਂ ਯਾਰੀਆਂ ਦੋਸਤੀਆਂ, ਲੈਣਾ ਦੇਣਾ ਜਿਉਂਦਿਆਂ ਜਿਉਂਦਿਆਂ ਦਾ। ਜਦੋਂ ਦੁਨੀਆ ਤੋਂ ਚਲੇ ਜਾਣਾ, ਫਿਰ ਕਿਹਦਾ ਲੈਣਾ ਤੇ ਕਿਹਦਾ ਦੇਣਾ। ਜੀਵਤ ਲਿਓ ਵਿਹਾਰ ਹੈ, ਜਗ ਕੋ ਤੁਮ ਜਾਣਿਓ। ਇਸ ਦੁਨੀਆ ਨੂੰ ਨਾਸ਼ਵਾਨ ਸਮਝ ਕੇ ਆਓ ਉਸ ਮਾਲਕ ਦੀ ਬੰਦਗੀ ਕਰੋ, ਨਾਮ ਜਪੋ, ਅੱਛੇ ਕਰਮ ਕਰੋ। ਉਹ ਮਾਲਕ ਇਹਨਾਂ ਗੱਲਾਂ ਦੇ ਵਿੱਚ ਖੁਸ਼ ਹੈ। ਆਖਰ ਦੁਨੀਆ ਤੋਂ ਜਾਣਾ ਤਾਂ ਹੈ ਹੀ ਹੈ। ਕਿੱਥੇ ਗਏ ਸਾਡੇ ਮਾਪੇ, ਮਾਤਾ ਪਿਤਾ ਕਿੱਥੇ ਚਲੇ ਗਏ ਸਾਡੇ? ਕੌਣ ਲੈ ਗਿਆ ਉਹਨੂੰ? ਕਿੱਥੇ ਗਏ ਤੇਡੇ ਮਾਪੇ? ਜਿਣੀ ਤੈਂ ਜਣਿਓ, ਉਹ ਤੈਂ ਪਾਸੋਂ ਲੱਦ ਗਏ, ਤੂੰ ਅਜੇ ਨਾ ਪਤੀਨਿਓ। ਤੇਰੇ ਪਾਸੋਂ ਚਲੇ ਗਏ, ਤੈਨੂੰ ਅਜੇ ਵੀ ਨਹੀਂ ਪਤਾ ਲੱਗਦਾ ਕਿ ਉਹ ਚਲੇ ਗਏ, ਮੈਂ ਵੀ ਨਹੀਂ ਰਹਿਣਾ, ਮੈਂ ਵੀ। ਸਾਡੇ ਕਿੱਥੇ ਗਏ ਤੇਰੇ ਯਾਰ ਦੋਸਤ, ਤੇਰੇ ਨਾਲ ਦੇ ਸਾਥੀ ਕਿੱਥੇ ਚਲੇ ਗਏ? ਆਪ ਤਾਂ ਛੱਡ ਕੇ ਆਏ ਉਹਨਾਂ ਨੂੰ। ਬੜੇ ਬੜੇ ਚਲੇ ਗਏ ਇਸ ਦੁਨੀਆ ਚੋਂ। ਇਹ ਦੁਨੀਆ ਇੱਥੇ ਰਹਿਣ ਵਾਲੀ ਨਹੀਂ। ਦ੍ਰਿਸ਼ਟਮਾਨ ਸਭ ਬਿਨਸੀਏ, ਕਿਆ ਲੱਗੇ ਗਵਾਰ। ਜੋ ਦ੍ਰਿਸ਼ਟਮਾਨ ਦੇਖ ਰਹੇ ਹਾਂ, ਸਭ ਬਿਨਸ ਜਾਣ ਵਾਲਾ ਹੈ, ਇੱਕ ਦਿਨ ਇਹ ਨਹੀਂ ਰਹਿਣਾ, ਔਰ ਅਸੀਂ ਵੀ ਨਹੀਂ ਰਹਿਣਾ। ਦ੍ਰਿਸ਼ਟਮਾਨ ਸਭ ਬਿਨਸੀਏ, ਕਿਆ ਲੱਗੇ ਗਵਾਰ। ਕਹਾਂ ਸੋ ਭਾਈ ਮੀਤ ਹੈ, ਦੇਖ ਨੈਣ ਪਸਾਰ। ਦੇਖ ਦੁਨੀਆ ਦੇ ਵਿੱਚ ਤੇਰਾ ਕੋਈ ਹੈ? ਅੱਖਾਂ ਖੋਲ ਕੇ ਦੇਖ ਤੂੰ ਕੀ ਹੋ ਰਿਹਾ ਦੁਨੀਆ ਦੇ ਵਿੱਚ।
कोई किसी का यार नहीं, सब मतलब के यार ने। एक सतगुरु साडा यार है, वो साडा दोस्त भी है, साडा बंधु भी है, साडा सखा भी है, साडा सज्जन भी है। वो ऐसा सज्जन आ दुनिया विच भी साडा साथ दिंदा है। जदों असी दुनिया तो जाना साडे नाल नाल चलणगे, अपने घर सानू पहुँचा के आउणगे। ऐसा सज्जन चाहिए। गुरु साहब जी फरमा रहे हैं ये दुनिया के व्यवहार जड़े है, ये लैने देने के व्यवहार है। लैना देना मकाओ, दिओ इन्हां दा जो देना है, पर अपना ध्यान जोड़ के रखियो सतगुर दे नाल। दुनिया विच रह के ही भजन करना है, घर बाहर छड्डण दी लोड़ नहीं, किसी गुरुद्वारे मंदिरां विच जाण दी लोड़ नहीं सानू भी असीं घर बाहर छड्ड के उत्थे जाके बैठ जाइए ज़्यादा भजन होवेगा। नहीं, घर विच भी कर सकते हैं बैठ के, जे मालक का प्यार होवे ते। मन तो नाल ही जांदा, जे असीं गुरुद्वारे भी चले जावांगे, मंदिरां भी चले जावांगे घर बाहर छड्ड के, जां पहाड़ां विच चले जावांगे, मन तो नाल ही जाएगा ना साडा। ये थोड़े पिछे रहन लगा, ये उत्थे भी नहीं टिकण देगा। कोई जंगलों में चले जाते हैं, सिर मना लेंदे है, सानू मुक्ति मिल जाएगी, मूंड मंडाए जे गत पाए, मुक्ति भेड़ ना गई या काए। जे सिर मनाया वो मालक मिलता है, फिर भेडां हर साल मुनिया जांदियां, उन्हां दी मुक्ति हो जानी चाहिए है। कई नंगन हो जाते हैं, कपड़े उतार के जंगलों में बंदगियां करते फिरते है। नंगन फिरत जे पाइए जोग, बन का मिर्ग मुक्त सब हो। अगर नंगे फिरिया वो मालक मिलता है। जितने भी हिरन मिर्ग फिरते है जंगलों में सारे नंगे, उन्होंने मिल जाना चाहिए सी। अपने घरां विच बैठ के याद करना 2 टाइम उसनों, जो गुरु साहब जी बाणियां द्वारा समझा रहे हैं, ठीक समझा रहे। दुनिया का व्यवहार लेना देना है, असी मोह करना है, लेकिन उतना करना है जितना कि साडे उस लाइन में फर्क ना पवे, भजन दे विच फर्क ना पवे। तू भी चतुरा गुर का प्यारा, उन संग रहो गुर चरण समाए। तू चतुरा ताही है कि इन्हां दे विच रहो, इन्हां दे काम काज भी करो, इन्हां नूं प्यार भी दिओ, पर अपने सतगुरु दे चरण ना विछड़न। वो प्यार जुड़िया रहे, गृहस्थ विच रहना, सारे काम काज करने, अपना प्यार 2 टाइम मालिक नूं देना है, फिर साडा जीवन सफल है। जो गुरु साहब जी समझा रहे हैं, ठीक समझा रहे हैं। हाँ जी। नानक हर गुण गाए ले, सब सुपन समानो। गुरु साहब जी बड़े प्यार दे नाल फरमा रहे ने, आ तो मालक दे गुण गा लै, बाकी सब सुपना ही है। सुपने विच कुछ भी नहीं हुंदा। सुपने विच कई बार बंदा राजा बनिया हुंदा है और दिने वो भिखारी हुंदा है। ये सुपना है, जिहड़ा जिसदा नाम सुपना है वो कुछ भी नहीं। गुरु साहब जी कहते हैं मालक ते तो गुण गा लै, बाकी सब सुपन दे समान है। अज जड़े बंदे साडे विचों रूहां विछड़ गईयां ने, एक सुपना बन के रह गईयां वो साडे वास्ते। साडे घरां विचों जीव चले गए, साडे बड़े बजुर्ग पूर्वज चले गए, साडे पुराने माता पिता दादे बाबे चले गए। अज साडे वास्ते एक सुपना हो गया। वो देखे है, याद करते हैं, मेरा नाना इस तरह का हुंदा सी, मेरा बाबा इस तरह का हुंदा सी, पर कित्थे है वो? एक सुपना हो गया ना। गुरु साहब जी फरमा रहे, नानक हर गुण गाए ले, सब सुपन समान्यो। एक दिन तू भी भाई सुपना बन जाना, आ उस मालिक दे तू गुण गा। हाँ जी। हर जस रे मना गाए ले, जो संगी है तेरो। गुरु साहब जी बड़े प्यार दे नाल फरमा रहे ने, आ मना हरि दा जस गल है, वो तेरा संगी है, तेरा साथी है। पहले शब्दों दे विच गुरु साहब ने सारे रिश्ते नाते दसे है, याद करवाया सानू। ये दुनिया भी तेरा ये व्यवहार है, तेरे रिश्ते नाते भैन भरा रिश्तेदार सारा उन्होंने दसिया। हुण गुरु साहब जी तीसरे श्लोक में दस रहे ने,
हर जस रे मना गाए ले, जो संगी है तेरो ये तेरा संगी साथी है। हरि दा जस कह लो, हरि कीर्तन कह लो, गुरबाणी कह लो, बाणी तुरकी बाणी कह लो, बांगे समानी कह लो, इसनों हरि दा जस गा तू ओ रस लै, ये तेरा संगी साथी है। और दुनिया दे विच संगी साथी मैं तेनों सारे शब्द भी दस दिते है। गुरु साहब जी फरमा रहे ने ये तेरा संगी है, ये तेरा साथी होवेगा, इत्थे भी तेरी मदद होवेगी। जब दुनिया छड्ड के जाएगा तेरे नाल नाल चलेगा ये हरि दा जस। जय मारखे गिने ना कोसा, हर का नाम तेरे संग तोसा। जिस राह ते असीं पैना है उहदे कोह नहीं गिने जाते, बड़ा लम्मा रस्ता है, की खावांगे उत्थे। साडी मां नहीं बैठी रोटियां पका के देगी सानू। हर का नाम तेरे संग तोसा, हरि दा नाम भजन बंदगी ये साड़ी खुराक होवेगी, तोसा होवेगा। गुरु साहब जी फरमा रहे ने हर जस, हरि दा जस दा मतलब भजन सिमरन, साध संगत की सेवा, अच्छे कर्म तू कर लै। हर जस रे मना गाए ले, जो संगी है तेरो ये तेरे संगी साथी ने, ये तेरा साथ देंगे, बाकी दुनिया वाले साथ नहीं देना। हाँ जी। अवसर बीत्यो जात है, के हो मान ले मेरो। गुरु साहब जी बड़े प्यार दे नाल फरमा रहे ने, भाई तेरी उम्र बीत चली है, आ तू मेरे आखे लग। अवसर बीत्यो जात है, कहियो मान लो मेरो। देखो कितने प्यार दे नाल गुरु साहब जी सानू समझा रहे ना, आ मेरी गल मन तू, तेरी उम्र बीत चली है, आखिर एक दिन तू भी दुनिया तो चले जाना। कुछ ऐसा करके जाइए, जाना तो है ही है, कि जमाना साढ़े जान तो बाद भी याद रखे सानू। ऐसा काम कर जा जो भूले ना जमाना। हजूर महाराज कई बार सत्संग में फरमाउंदे हुंदे सी, आप उन्हें ये काम कर लिया सी, कभी भी नहीं भुलणगे। हमेशा उन्होंने याद दिन और रात ताज़ा रहेगी। बड़ा मान है मैनू उन्होंने, मान है तो मैनू बाबा जी ते किसी ते कोई मान नहीं। काहदा मान किसी दे, बंदगी ते मान है, उस दरबार ते मान है, बाबा जी दे बचना ते मान है। बाबा जी दे बचन ने जिन्हां दा विश्वास पूरा उन्हां दा बेड़ा पार। इस तो बड़ा बर केड़ा सानू, केड़ा वाक दे के जान होर। कितना बड़ा जाते जाते सानू वाक दे के गए। कुछ बचन किते उन्होंने, मेरी बनाई हुई जायदाद नूं संभालियो। देखो उस वेले किस अंदाज विच बाबा जी ने बचन किते सन। ये जायदाद, ये महल किसने बनाए? असी नहीं सी बना सकते, ये बाबा जी बना के दे दे। रंग महल सतपुरुष का, शोभा अगम अपार, संत मिल आरत करें देखे विमल बहार। अब तो आरत पूर्ण भई, मन पाया विश्राम, बाबा जी के चरणों में कोट कोट प्रणाम। उन्होंने बच्चे बैठ के इस रंग महल दे विच उन्होंने याद कर लिया। सतपुरुष का रंग महल है, ये कोई आम हॉल नहीं। बड़े बड़े हॉल बने हैं, उत्थे शराबां कबाबां होर कई तरह के माड़े कर्म होंदे है। इत्थे सतगुर नूं याद किया जाता है। ये सतपुरुष का रंग महल है। और ऐसे बाबा जी नूं कोट कोट प्रणाम, प्रणाम है ऐसे महापुरुषों नूं जिहड़े अपने बच्चों नूं इतना कुछ बना के दे के गए और पिछे नहीं देखे, आप चले भी गए। हाँ जी। संपत रथ तन राज स्यों, अत नेह लगायो। गुरु साहब जी बड़े प्यार दे नाल फरमा रहे ने, संपत रथ तन राज स्यों अत नेह लगायो। जिथे जिथे असी फसे हुए हाँ, उत्थे उत्थे गुरु साहब जी सानू समझा रहे हैं। संपत्ति दे नाल साडा मोह है। हाथे को राजे को हाथे घोड़ी होंदे आ, उन्हां कोल घोड़ियां दा मोह।
ਲੇਕਿਨ ਬਲਕ ਬਹਾਰੇ ਦਾ ਬਾਦਸ਼ਾਹ ਇਬਰਾਹੀਮ ਜਦੋਂ ਸਭ ਕੁਝ ਛੱਡ ਕੇ ਆ ਗਿਆ ਸੀ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਸ, ਮੋਹ ਨਹੀਂ ਸੀ ਕੀਤਾ। 1600 ਸਹੇਲੀਆਂ ਤੁਰੀ 18 ਲੱਖ, ਸਾਈਂ ਤੇਰੇ ਕਾਰ ਨੇ ਛੱਡਿਆ ਸ਼ਹਿਰ ਬਲਖ। ਉਸ ਮਾਲਕ ਦੇ ਪਿਆਰ ਵਿੱਚ ਆ ਕੇ ਸਭ ਕੁਝ ਤਿਆਗ ਦਿੱਤਾ ਸੀ। 1600 ਸਹੇਲੀਆਂ ਸੀ, ਰਾਣੀਆਂ ਸੀ, ਤੁਰੀ 18 ਲੱਖ, ਘੋੜੇ, ਹਾਥੀ, ਇਤਨਾ ਸਮਾਨ ਸੀ ਉਹਦੇ ਪਾਸ। ਸਾਈਂ ਤੇਰੇ ਕਾਰ ਨੇ ਛੱਡਿਆ ਸ਼ਹਿਰ ਬਲਖ। ਪਰਵਾਹ ਨਹੀਂ ਕੀਤੀ ਉਹਨਾਂ ਨੇ। ਅੱਜ ਉਹਨਾਂ ਦੇ ਇਤਿਹਾਸ ਬਣੇ ਆ। ਸੰਪਤ ਰਥ ਤਨ ਰਾਜ ਸਿਉ ਅਤ ਨਿਹੋਂ ਲਗਾਇਓ। ਲੇਕਿਨ ਇਹ ਸਾਡਾ ਨਿਉ ਤੇ ਹੈ, ਪਰ ਜਿਨ੍ਹਾਂ ਨੇ ਨਿਉ ਛੱਡਿਆ ਉਹ ਵੀ ਉਹਨਾਂ ਦਾ ਵੀ ਸਾਨੂੰ ਦੱਸਣਾ ਪੈਂਦਾ ਹੈ ਕਿ ਬਲਕ ਬਹਾਰੇ ਦਾ ਪਾਤਸ਼ਾਹ ਇਬਰਾਹੀਮ ਲਿੰਕਨ ਬਹੁਤ ਖੂਬਸੂਰਤ ਪਾਤਸ਼ਾਹੀ ਸੀ ਉਸਦੀ। ਬੜੀ ਬੜੀ ਦੂਰੋਂ ਲੋਕੀ ਦੇਖਣ ਜਾਂਦੇ ਸੀ। ਲੇਕਿਨ ਜਦੋਂ ਕਬੀਰ ਸਾਹਿਬ ਜੀ ਮਹਾਰਾਜ ਦੇ ਨਾਲ ਪਿਆਰ ਹੋਇਆ, ਦੇਖਿਆ ਨਹੀਂ ਪਿੱਛੇ। 1600 ਰਾਣੀਆਂ ਸੀ ਉਹਨੇ, 1600 ਸਹੇਲੀਆਂ, ਤੁਰੀ 18 ਲੱਖ, ਸਾਈਂ ਤੇਰੇ ਕਾਰ ਨੇ ਛੱਡਿਆ ਸ਼ਹਿਰ ਬਲਖ। ਅੱਜ ਉਹਨਾਂ ਦੇ ਨਾਂ ਇਤਿਹਾਸਾਂ ਵਿੱਚ ਆਉਂਦੇ ਆ ਜਿਹਨਾਂ ਸਭ ਕੁਝ ਆਪਣੇ ਗੁਰੂ ਦੇ ਪਿੱਛੇ ਵਾਰ ਦਿੱਤਾ, ਪਰਵਾਹ ਨਹੀਂ ਕੀਤੀ। ਔਰ ਗੁਰੂ ਸਾਹਿਬ ਜੀ ਫਰਮਾ ਰਹੇ ਨੇ ਕਿ ਸੰਪਤ ਰਥ ਤਨ ਰਾਜ ਸਿਉ ਅਤ ਨਿਹੋਂ ਲਗਾਇਓ। ਆਖਰ ਕੀ ਹੋਏਗਾ? ਅਸੀਂ ਨਿਉ ਤਾਂ ਲਗਾਇਆ, ਕੀ ਹੋਏਗਾ? ਅਗਲੀ ਤੁਕ 'ਚ ਗੁਰੂ ਸਾਹਿਬ ਜੀ ਇਸ ਦਾ ਜਵਾਬ ਦੇਣਗੇ। ਹਾਂਜੀ। ਕਾਲ ਫਾਸ ਜਬ ਗਲ ਪਰੀ, ਸਭ ਪਿਓ ਪਰਾਇਓ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ, ਜਦੋਂ ਜਮਨ ਆ ਕੇ ਤੇਰੇ ਗਲ ਵਿੱਚ ਫਾਈ ਪਾਉਣੀ ਹੈ, ਤੇਰਾ ਸਭ ਕੁਝ ਛੁੱਟ ਜਾਣਾ, ਸਾਰੇ ਮੋਹ ਤੇਰੇ ਟੁੱਟ ਜਾਣੇ ਹੈ, ਕਿਸੇ ਨਾਲ ਮੋਹ ਨਹੀਂ ਰਹਿ ਜਾਣਾ ਉਸ ਵੇਲੇ। ਕਾਲ ਫਾਸ ਜਬ ਗੱਲ ਪੜੀ ਸਭ ਪਿਓ ਪਰਾਇਓ। ਜਦੋਂ ਸਾਹਮਣੇ ਮੌਤ ਦਿਸਦੀ ਹੋਵੇ ਸਭ ਕੁਝ ਪਰਾਇਆ ਹੋ ਜਾਂਦਾ ਹੈ। ਇੱਥੇ ਇਨਸਾਨ ਹੀ ਕਿਤੇ ਬਿਮਾਰ ਹੋ ਜਾਂਦਾ, ਉਸਨੂੰ ਪਤਾ ਲੱਗ ਜਾਂਦਾ ਕਿ ਮੈਂ ਜ਼ਿਆਦਾ ਬਿਮਾਰ ਹਾਂ, ਮੈਂ ਚਲੇ ਜਾਣਾ, ਉਸ ਦਾ ਮੋਹ ਵੀ ਟੁੱਟ ਜਾਂਦਾ। ਰਿਸ਼ਤੇਦਾਰਾਂ ਨਾਲੋਂ, ਧੀਆਂ ਪੁੱਤਰਾਂ ਨਾਲੋਂ, ਬੱਚੇ ਵੀ ਲਾਗੇ ਖੇਡਦੇ ਹੋਣ ਉਹ ਵੀ ਚੰਗੇ ਨਹੀਂ ਲੱਗਦੇ, ਪਰਾਂ ਚਲੇ ਜਾਓ ਮੇਰੇ ਲਾਗੋਂ, ਕਿਉਂ ਮੋਹ ਟੁੱਟ ਜਾਂਦਾ ਹੈ। ਸਾਰਾ ਪਰਾਇਆ, ਸਭ ਕੁਝ ਆਪਣਾ ਤੇ ਹੈ ਹੀ ਨਹੀਂ। ਇਹ ਕਾਲ ਫਾਸ ਜਬ ਗੱਲ ਪੜੀ ਸਭ ਪਿਓ ਪਰਾਇਓ। ਬੰਦਾ ਬਿਮਾਰ ਹੋ ਜਾਂਦਾ ਜਦੋਂ ਪੈਸਾ ਕਮਾਉਂਦਾ, ਆਪਣੇ ਸਰੀਰ ਵੱਲ ਨਹੀਂ ਦੇਖਦਾ। ਲੇਕਿਨ ਜਦੋਂ ਵਿਪਤਾ ਬਣਦੀ ਹੈ ਸਰੀਰ ਤੇ, ਇਹ ਲਾਉਣ ਲੱਗਿਆਂ ਵੀ ਘੱਟ ਨਹੀਂ ਕਰਦਾ। ਕਹਿੰਦਾ ਜਿਤਨੇ ਪੈਸੇ ਲੱਗਦੇ ਆ ਲਾਓ, ਪਰ ਮੈਨੂੰ ਠੀਕ ਕਰ ਦਿਓ, ਮੇਰਾ ਇਲਾਜ ਕਰਵਾਓ, ਤੇ ਜਿੱਦਾਂ ਬਚ ਸਕਦਾ ਮੈਨੂੰ ਬਚਾਓ। ਮਕਾਨ ਵਿਕਦਾ ਹੈ, ਮਕਾਨ ਵੇਚ ਦਿਓ, ਮੇਰੀ ਜਾਨ ਬਚਾ ਲਓ। ਜਦੋਂ ਉਹ ਜੰਮਾਂ ਦੀ ਫਾਈ ਸਾਡੇ ਗਲ ਵਿੱਚ ਪੈਣੀ ਆ ਕੇ, ਸਭ ਪਰਾਇਆ ਹੋ ਜਾਣਾ, ਆਪਣਾ ਨਹੀਂ ਕੁਛ ਵੀ ਰਹਿਣਾ। ਔਰ ਜਿਸ ਦਿਨ ਸਾਡੀਆਂ ਅੱਖਾਂ ਬੰਦ ਹੋ ਜਾਣੀਆਂ, ਇੱਕਦਮ ਹਨੇਰਾ ਵੀ ਹੋ ਜਾਣਾ ਸਾਡੇ ਵਾਸਤੇ। ਕਿਸ ਚੀਜ਼ ਦੇ ਨਾਲ ਮੋਹ ਪਾਇਆ ਸੀ, ਕਾਹਦਾ ਮਾਨ ਹੈ, ਕਿਸ ਚੀਜ਼ ਦਾ ਮੋਹ ਕਰ ਰਹੇ ਅਸੀਂ, ਕੌਣ ਸਾਡਾ ਸਾਥੀ ਹੈ? ਗੁਰੂ ਸਾਹਿਬ ਨੇ ਇੱਕੋ ਹੀ ਦੱਸਿਆ ਹੈ, ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ। ਬਾਣੀਆਂ ਮਹਾਂਪੁਰਸ਼ਾਂ ਨੇ ਜੋ ਲਿਖੀਆਂ, ਵਿਚਾਰ ਕੇ ਲਿਖੀਆਂ, ਔਰ ਜੋ ਲਿਖਿਆ ਹੈ ਸੱਚ ਲਿਖਿਆ ਹੈ। ਜੋ ਦੁਨੀਆ ਵਿੱਚ ਸਾਡੇ ਨਾਲ ਹੋ ਰਿਹਾ ਹੈ ਉਹ ਲਿਖਿਆ ਗੁਰੂ ਸਾਹਿਬਾਨ। ਹਾਂਜੀ। ਜਾਨ ਬੂਝ ਕੇ ਬਾਵਰੇ ਤੈ ਕਾਜ ਬਿਗਾਰਿਓ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ, ਜਾਨ ਬੂਝ ਕੇ ਬਾਬਰੇ ਤੈ ਕਾਜ ਵਿਗਾੜਿਓ। ਜਾਣ ਬੁੱਝ ਕੇ ਤੂੰ ਪਾਪ ਕੀਤੇ ਔਰ ਵਿਗਾੜਿਆ ਆਪਣਾ ਕੰਮ, ਤੈਨੂੰ ਸਮਝ ਸੀ ਸਾਰੀ। ਪਾਪ ਕੀਤੇ, ਗਲਤ ਕੰਮ ਕੀਤੇ, ਆਇਆ ਸੀ ਤੂੰ ਹੀਰੇ ਰਤਨਾਂ ਦਾ ਵਪਾਰ ਕਰਨ ਵਾਸਤੇ, ਕਲਰਾਂ ਦੀਆਂ ਪੰਡਾਂ ਬਣ ਕੇ ਜਾ ਰਿਹਾ ਦੁਨੀਆ ਦੇ ਵਿੱਚੋਂ। ਮਾੜੇ ਕਰਮ ਕਰਕੇ ਅਸੀਂ ਆਪਣੇ ਸਿਰ ਤੇ ਬੋਝਾ ਲੱਦਿਆ ਹੋਇਆ ਹੈ। ਲੇਖਾ ਜੋਖਾ ਹੋਵੇਗਾ, ਪਤਾ ਫਿਰ ਲੱਗੇਗਾ ਸਾਨੂੰ। ਅਸੀਂ ਕਹਿੰਦੇ ਹਾਂ
ਕਿਹੜਾ ਕਿਸੇ ਨੇ ਹਿਸਾਬ ਲੈਣਾ। ਖਾਓ ਪੀਓ ਇਹ ਜਗ ਮਿੱਠਾ, ਅਗਲਾ ਕਿਨ ਡਿੱਠਾ। ਪਰ ਜਦੋਂ ਹਿਸਾਬ ਹੋਇਆ ਸਾਡੇ ਪਾਸੋਂ ਦਿੱਤਾ ਨਹੀਂ ਜਾਣਾ। ਜਾਓ ਹਸਪੀਟਲਾਂ 'ਚ ਦੇਖੋ ਜਾ ਕੇ ਹਿਸਾਬ ਹੋ ਰਹੇ ਕਿ ਨਹੀਂ ਹੋ ਰਹੇ। ਅੱਧੇ ਅੱਧੇ ਕੱਟੇ ਹੋਏ ਬੰਦੇ ਹਸਪਤਾਲਾਂ ਦੇ ਵਿੱਚ ਪਏ ਹੋਏ ਆ, ਤੜਫਣ ਡਏ ਆ। ਹਿਸਾਬ ਹੋ ਰਿਹਾ ਹੈ। ਕਰਮਾਂ ਦਾ ਲੇਖਾ ਦੇਣਾ ਪਏਗਾ। ਬੜੇ ਬੜਿਆਂ ਨੂੰ ਦੇਣਾ ਪਿਆ, ਇੱਥੇ ਆ ਕੇ ਬੜੇ ਬੜੇ ਅਵਤਾਰਾਂ ਨੂੰ ਆ ਕੇ ਦੇਣਾ ਪਿਆ। ਸ਼੍ਰੀ ਰਾਮ ਚੰਦਰ ਜੀ ਮਹਾਰਾਜ ਨੇ ਛੁਪ ਕੇ ਤੀਰ ਮਾਰਿਆ ਸੀ ਬਾਲੀ ਨੂੰ। ਬਾਲੀ ਨੇ ਉਸ ਵੇਲੇ ਕਿਹਾ ਸੀ ਕਿ ਮੇਰੇ ਸਾਹਮਣੇ ਆ ਕੇ ਮਾਰਨਾ ਸੀ, ਲੇਕਿਨ ਬਾਲੀ ਕੋਲ ਇੱਕ ਵਰ ਸੀ ਕਿ ਜਿਹੜਾ ਉਸ ਦੇ ਸਾਹਮਣੇ ਆਉਂਦਾ ਸੀ ਅੱਧਾ ਬਲ ਉਸ ਦਾ ਖਿੱਚ ਲੈਂਦਾ ਸੀ। ਸ਼੍ਰੀ ਰਾਮ ਚੰਦਰ ਜੀ ਮਹਾਰਾਜ ਨੇ ਇਸ ਗਰੀਬ ਨੂੰ ਕਿਹਾ ਸੀ, ਬੜੀ ਲੰਬੀ ਸਾਖੀ ਹੈ, ਮੈਂ ਸਿਰਫ ਅਦਲੇ ਔਰ ਬਦਲੇ ਦੀ ਗੱਲ ਦੱਸ ਰਿਹਾ ਕਿ ਕਿਸ ਤਰ੍ਹਾਂ ਲੇਖਾ ਦੇਣਾ ਪੈਂਦਾ ਹੈ। ਛੁਪ ਕੇ ਤੀਰ ਮਾਰਿਆ ਸੀ ਬਾਲੀ ਨੂੰ। ਬਾਲੀ ਉਸ ਵੇਲੇ ਰੋਇਆ ਸੀ, ਮੈਂ ਬੈਰੀ ਸੁਗਰੀਵ ਪਿਆਰਾ, ਕਾਰਨ ਕੌਣ ਨਾਥ ਮੋਹਿ ਮਾਰਾ। ਅੱਜ ਤੈਨੂੰ ਸੁਗਰੀਵ ਪਿਆਰਾ ਹੋ ਗਿਆ, ਬਾਲੀ ਤੇਰਾ ਬੈਰੀ ਹੋ ਗਿਆ, ਕਿਉਂ ਮਾਰਿਆ ਮੈਨੂੰ, ਕੀ ਵਿਗਾੜਿਆ ਸੀ ਮੈਂ ਤੇਰਾ। ਸ਼੍ਰੀ ਰਾਮ ਚੰਦਰ ਜੀ ਮਹਾਰਾਜ ਨੇ ਜਵਾਬ ਦਿੱਤਾ ਉਸ ਵੇਲੇ, ਅਣਜ ਬਧੂ ਪਗਣੀ ਸੁਤ ਨਾਰੀ, ਸੁਨ ਐਸਠ ਕੰਨਿਆ ਸਮਚਾਰੀ। ਤਿਨਹਿ ਬਿਰੰਚ ਬਿਲੋਕ ਹੈ ਜੋਈ, ਤਾਂ ਕਿ ਵਧੇ ਕੁਛ ਪਾਪ ਨਾ ਹੋਈ। ਅਣਜ ਬਧੂ ਭਰਾ ਦੇ ਘਰ ਵਾਲੀ, ਪਗਣੀ ਕਹਿੰਦੇ ਇਸਤਰੀ ਨੂੰ, ਸੁਤ ਨਾਰੀ ਆਪਣੇ ਪੁੱਤਰ ਦੇ ਘਰ ਵਾਲੀ। ਸੁਨ ਐਸਠ ਕੰਨਿਆ ਸਮਚਾਰ, ਇਹ ਕੰਨਿਆ ਦੇ ਸਮਾਨ ਹੁੰਦੀਆਂ ਨੇ ਸਾਰੀਆਂ। ਤਿਨਹਿ ਬਿਰੰਚ ਬਿਲੋਕ ਹੈ ਜੋਈ, ਤਾਂ ਕਿ ਵਧੇ ਕੁਛ ਪਾਪ ਨਾ ਹੋਈ। ਇਹਨਾਂ ਨੂੰ ਕੋਈ ਮਾਰਦਾ ਹੈ, ਉਸ ਨੂੰ ਮਾਰਨਾ ਕੋਈ ਪਾਪ ਨਹੀਂ, ਕਿਉਂਕਿ ਉਹ ਬਾਲੀ ਜਿਹੜਾ ਸੀ ਸੁਗਰੀਵ ਨੂੰ ਕਿਉਂ ਮਾਰਦਾ ਸੀ, ਭਰਾ ਨੂੰ, ਉਹਦੀ ਔਰਤ ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਇਹ ਜਵਾਬ ਦਿੱਤਾ ਸੀ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਨੇ। ਉਹ ਬਦਲਾ ਕਿੱਥੇ ਹੋਇਆ ਜਾ ਕੇ, ਦੁਆਪਰ ਯੁੱਗ ਦੇ ਵਿੱਚ। ਤ੍ਰੇਤਾ ਯੁੱਗ ਦੀ ਗੱਲ ਆ। ਉਹ ਦੁਆਪਰ ਯੁੱਗ ਵਿੱਚ ਜਦੋਂ ਕ੍ਰਿਸ਼ਨ ਮਹਾਰਾਜ ਦੇ ਰੂਪ ਵਿੱਚ ਆਏ, ਸ਼੍ਰੀ ਰਾਮ ਚੰਦਰ ਜੀ ਮਹਾਰਾਜ ਮਹਾਭਾਰਤ ਦੇ ਯੁੱਧ ਤੋਂ ਬਾਅਦ ਜੰਗਲ ਵਿੱਚ ਵਿਸਰਾਮ ਕਰ ਰਹੇ ਸੀ। ਪਦਮ ਚਮਕਦਾ ਸੀ ਉਹਨਾਂ ਦੇ ਖੱਬੇ ਪੈਰ ਦੇ ਵਿੱਚ। ਉਹ ਬਾਲੀ ਭੀਲ ਦਾ ਲੜਕਾ ਬਣਿਆ ਸੀ, ਉਹੋ ਹੀ ਬਾਲੀ ਜਿਸ ਨੂੰ ਮਾਰਿਆ ਸੀ। ਉਹ ਸ਼ਿਕਾਰੀ ਬਣਿਆ ਸੀ। ਉਸ ਵੇਲੇ ਉਹਨੇ ਦੇਖਿਆ ਸ਼ਾਇਦ ਕੋਈ ਹਿਰਨ ਦੀ ਅੱਖ ਹੈ, ਤੀਰ ਮਾਰਿਆ, ਜਾ ਕੇ ਉਹਨਾਂ ਦੇ ਚਰਨਾਂ ਵਿੱਚ ਲੱਗਾ। ਜਾ ਕੇ ਦੇਖਦਾ ਕਿ ਮੈਂ ਹਿਰਨ ਲੈ ਕੇ ਉਹਨਾਂ ਦੇਖਿਆ ਤੇ ਕਿ ਕ੍ਰਿਸ਼ਨ ਮਹਾਰਾਜ ਜੀ ਪਏ। ਮਾਫੀਆ ਮੰਗਣ ਲੱਗਾ ਕਿ ਮਹਾਰਾਜ ਜੀ ਮੈਨੂੰ ਮਾਫ ਕਰ ਦਿਓ, ਬਹੁਤ ਵੱਡਾ ਪਾਪ ਹੋਇਆ ਮੇਰੇ ਪਾਸੋਂ। ਕ੍ਰਿਸ਼ਨ ਮਹਾਰਾਜ ਨੇ ਕਿਹਾ, ਨਹੀਂ ਬਈ, ਇਹ ਇਸੇ ਤਰ੍ਹਾਂ ਹੀ ਹੋਣਾ ਸੀ, ਮੈਂ ਵੀ ਤੈਨੂੰ ਛੁਪ ਕੇ ਤੀਰ ਮਾਰਿਆ ਸੀ, ਮੈਂ ਵੀ ਛੁਪ ਕੇ ਤੀਰ ਮਾਰਿਆ ਸੀ, ਇਹ ਅਦਲੇ ਦਾ ਬਦਲਾ ਹੈ, ਇਸੇ ਤਰ੍ਹਾਂ ਹੀ ਹੋਣਾ ਹੀ। ਰਾਮ ਬਾਨ ਬਾਲੀ ਹਤਾ, ਜਾਣਿਓ ਸਕਲ ਜਹਾਨ, ਕਰਮ ਪੂਰਬਲੇ ਜਨਮ ਕੇ ਤਾਹੇ ਲਿਓ ਮੈਂ ਆਨ। ਇਹ ਪਿਛਲੇ ਜਨਮਾਂ ਦਾ ਮੇਰਾ ਕਰਮ ਹੈ। ਸਾਰੀ ਦੁਨੀਆ ਜਾਣਦੀ ਹੈ ਕਿ ਰਾਮ ਨੇ ਤੀਰ ਮਾਰਿਆ ਬਾਲੀ ਨੂੰ, ਬਾਲੀ ਦਾ ਵਧ ਕਰ ਦਿੱਤਾ। ਅੱਜ ਉਹ ਹੀ ਅਦਲੇ ਦਾ ਬਦਲਾ ਹੋਇਆ। ਰਾਮ ਬਾਨ ਬਾਲੀ ਹਤਾ, ਜਾਣਿਓ ਸਕਲ ਜਹਾਨ, ਕਰਮ ਪੂਰਬਲੇ ਜਨਮ ਕੇ ਤਾਹੇ ਲਿਓ ਮੈਂ ਆਨ। ਇਹ ਪਿਛਲਾ ਮੇਰਾ ਕਰਮ ਸੀ, ਮੇਰਾ ਤੇਰਾ ਐਸਾ ਹੋਣਾ ਸੀ। ਕੌਣ ਕਹਿੰਦਾ ਕਰਮਾਂ ਦਾ ਲੇਖਾ ਬੜੇ ਬੜੇ ਅਵਤਾਰਾਂ ਨੂੰ ਦੇਣਾ ਪਿਆ। ਗੁਰੂ ਸਾਹਿਬ ਜੀ ਫਰਮਾ ਰਹੇ, ਜਾਣ ਬੁੱਝ ਕੇ ਬਾਵਰੇ ਤੈ ਕਾਜ ਵਿਗਾੜਿਓ। ਜਾਣ ਬੁੱਝ ਕੇ ਸਾਨੂੰ ਪਤਾ ਸੀ ਪਾਪ ਕਰੀ ਜਾ ਰਹੇ ਆ। ਇਸ ਕਰਕੇ ਅਸੀਂ ਆਪਣੇ ਪੈਰਾਂ ਤੇ ਆਪੇ ਘੁਆੜਾ ਮਾਰ ਰਹੇ ਹਾਂ। ਕਿਹਨੂੰ ਦੋਸ਼ ਦੇਣਾ ਬਾਅਦ ਵਿੱਚ? ਕਰਮ ਭੁਗਤਾਂਗੇ, ਫਿਰ ਰੋਨੇ ਆ, ਫਿਰ ਫਰਿਆਦਾਂ ਕਰਦੇ ਆ, ਸਾਨੂੰ ਬਚਾਓ। ਕੌਣ ਤੇਰਾ ਕਰਮ ਲਏਗਾ ਭਾਈ? ਜਿਸ ਤਰ੍ਹਾਂ ਜੋ ਤੂੰ ਬੀਜਿਆ ਉਹ ਹੀ ਵੱਢਣਾ ਹੈ। ਜੋ ਗੁਰੂ ਸਾਹਿਬ ਜੀ ਬਾਣੀਆਂ ਦੁਆਰਾ ਸਮਝਾ ਰਹੇ ਨੇ, ਠੀਕ ਸਮਝਾ ਰਹੇ। ਹਾਂਜੀ। ਪਾਪ ਕਰਤ ਸੁਕੁਚਿਓ ਨਹੀਂ ਗਰਭ ਨਿਵਾਰਿਓ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ, ਤੂੰ ਪਾਪ ਕਰਨ ਤੋਂ ਹਟਿਆ ਨਹੀਂ, ਪਾਪ ਕਰਦਾ ਰਿਹਾ, ਜੰਮਦਾ ਰਿਹਾ, ਮਰਦਾ ਰਿਹਾ, ਨਹੀਂ ਗਰਭ ਨਿਵਾਰਿਓ। ਗਰਭ ਜੂਨ ਵਿੱਚ ਜਨਮ ਮਰਨ ਤੇਰਾ ਬਣਿਆ ਰਿਹਾ,
पाप करके तू हटिया नहीं, जान बूझ के बावरे तैं काज बिगाड़ियो, पाप करत सकुचियो नहीं, नहीं तू परहेज कीता पापां तो नहीं पिछे हटिया, नहीं गर्भ निवारियो। इस करके तू बार बार जन्म विच आउंदा रहा और जन्म मरदा रहा, जमदा रहा, मरदा रहा, जमदा रहा, फिर लेखा देना पिया। ये शरीर जो सानू मिलिया है, जे असी सुख भोगना है तो इसे शरीर दे विच, जे दुख भोगना तो वह भी इसे शरीर दे विच भोगना है। सानू देह धारण करनी ही पएगी। इस करके दुखां सुखां दा ये शरीर मिलिया होया है। दुख भी साढ़े दो किस्म के ने, एक साढ़े तत्तां दे नाल बंदा बीमार हो जाता है, जिस तरह कोई वायु तत्त हो गया, किसी को गर्मी हो गई और डॉक्टर के पास जाइए दवाई दे दिंदा है, क्योंकि ये जिहड़े साढ़े तत्त ने मिट्टी पानी अग हवा पंजवां तत्त आकाश, एक दूजे के दुश्मन ने। अग और पानी का की मेल है दसो? अग पानी नूं भाप बना के डा दिंदा है, पानी अग्नि नूं बुझा दिंदी है, दुश्मन है एक दूसरे दे। हवा और अग का की मेल है, मिट्टी और पानी का की मेल है, आपस में दुश्मन। जो साढ़े शरीर च वाधा घाटा हुंदा है, कोई बीमार हो गया, बुखार हो गया, उसनों बुखार की दवाई दिओ, बुखार टुट जाता है उसका। एक कर्म साढ़े कीते होए अगे आ रहे, जितनी मर्जी है दवाई दिओ, बढ़ता जाता है, बढ़ता जाता है। वो कर्म रोग, उन्होंने कौन कट्टेगा? ये दवाई खा लईए तो ठीक हो गए असी, किसी दाढ़ पीड़ हो गई कि लत्त पीड़ होई, दवाई खा ली, ठीक हो गए, बुखार उतर गया। उस कर्म नूं नहीं कटिया जा सकता, दवाई नहीं काट करती उत्थे जाके। कौन कटेगा? शब्द कर्म की रेख मिटावे। शब्द ही कर्मां की रेख नूं मिटा सकता है, ये दवाइयां नहीं मिटा सकती। दो किस्म के कर्म ने। कई बार बंदा कह दिंदा मैं बड़ियां दवाइयां खाधियां पर मैं ठीक नहीं होया, हुण मैं अक गया। जिस दिन तेरा कर्म खत्म हो गया, बगैर दवाई तो ठीक हो जाना। कर्म नहीं मुकता, कर्म नहीं छड़ता। अगर श्री रामचंद्र जी महाराज नूं कर्म देना पिया, अजे अवतार सी, विष्णु का अवतार सन, असी किहदे विचारे हैं भाई? क्या असी कोई नुकसान करांगे? असी कर्म नहीं देंगे। अज तो कोई 30 साल की गल है, डेरे की मैं गल दस रहा जो मैं अखी देखिया होया। एक माता सी जम्मू की, सेवा बहुत करती, उसका सिर बड़े जोर नाल हिलदा सीगा। मैं क्या सेवा भी बड़ी करती है बाबा, इनू कुछ बंदे ने कहा बाबा जी सेवा बड़ी करती है माता, ਇਹਦਾ ठीक नहीं होंगी, ਇਹਦਾ सिर नहीं हिलनों हटता। बाबा जी कहन लगे उन्होंने पुछ लो। आए कुछ बंदे मुंडे मुंडे सी, असीं गए माता तू ये दस, जदों तू अपने घर विच हुंदी सी पहले नामदान नहीं सी लिया, की करदी हुंदी सी? कहंदी मैं सारे काम करदी सी, माड़े कर्म करदी सी, बकरा वढ़ दिंदी सी, मैं बना के खा लैंदी सी। कहंदी मैं क्या मुर्गी, कहते मुर्गी नूं मैं वढ़दी नहीं सी, ओदी सिर पकड़ के धौण पकड़ के मरोड़ के सुट दिंदी सी, इन्ना जोर सी मेरे विच, और मैं अग विच भुन के खा जाती सी उसनूं। मिल गया जवाब, कित्थों सिर रुक जाएगा उसका। कहते मैं कितनियां क मारियां, कहते पता नहीं मैं कितनियां मुर्गियां अपनी जिंदगी दे विच मारियां, और उसकी धौण मरोड़ के मैं कटदी नहीं सी, तो अग दे विच इदां ही सुट दिंदी। कित्थों कर्म जाएगा? फिर भी सोली तो सोल बनिया, कर्म भुगत गई सारा अपना, अज वो है नहीं, दुनिया चली गई है। लेकिन बाबा जी के बचन याद ने। बाबा ने कहा उन्होंने आप ही पुछो जाके की करती रही है। जदों असी अपने आप में होने, असी नहीं विचारते साडे नाल की होना है। जिस दी धौण मरोड़ के सुट्टी जावे, मार दिता जावे, ला दिती जावे नालों गर्दन, की हाल हुंदा उसका। या एक कर्म ने साडे, कौन बचाएगा सानू? कई कहते हाँ इदा ही ये कहते फिरदे आ, कोई कर्म नहीं देना पैंदा। चलो नहीं मनते तो आपे बैठे आ, फिर अगे वीर जी भरा जी पुछ लैणगे, फिर होर की है। बैठे मुंगले लैके बैठे अगे, आपे पुछ लैणगे।
ਸੰਤਾਂ ਮਹਾਂਪੁਰਸ਼ਾਂ ਦੀ ਬਾਣੀਆਂ ਝੂਠੀਆਂ ਨਹੀਂ ਹੋ ਸਕਦੀਆਂ। ਜੋ ਸੰਤਾਂ ਮਹਾਂਪੁਰਸ਼ਾਂ ਨੇ ਬਾਣੀਆਂ ਲਿਖੀਆਂ ਨੇ, ਤੇ ਜਾਣ ਬੁੱਝ ਕੇ ਅਸੀਂ ਕਰਮ ਆਪਣੇ ਬਣਾਏ, ਪਾਪ ਕਰਤ ਸਕੁਚਿਓ ਨਹੀਂ, ਨਹੀਂ ਗਰਭ ਨਿਵਾਰਿਓ। ਆਉਣਾ ਜਾਣਾ ਸਾਡਾ ਇਹ ਬਣਿਆ ਰਿਹਾ, ਫਿਰ ਮਰਾਂਗੇ ਜੰਮਾਂਗੇ, ਫਿਰ ਮਰਾਂਗੇ, ਫਿਰ ਜੰਮਾਂਗੇ। ਹਾਂਜੀ। जेह बिद गुर उपदेसिया सो सुन रे भाई। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ, ਸਾਰੀ ਬਾਣੀ ਵਿੱਚ ਗੁਰੂ ਸਾਹਿਬਾਂ ਨੇ ਬੜੇ ਸਿਸਟੇਮੈਟਿਕਲੀ ਢੰਗ ਨਾਲ ਸਾਨੂੰ ਸਮਝਾਉਂਦੇ ਆ ਰਹੇ ਨੇ, ਕਰਮਾਂ ਦੇ ਬਾਰੇ ਦੱਸ ਰਹੇ ਨੇ, ਦੁਨੀਆ ਦੇ ਹਾਲਾਤ ਦੱਸੇ ਹੈ ਕਿ ਮੈਂ ਤੁਹਾਨੂੰ ਸਭ ਕੁਝ ਸਮਝਾ ਦਿੱਤਾ ਹੈ। ਹੁਣ ਤੁਹਾਡੀ ਮਰਜ਼ੀ ਹੈ, ਮੇਰੀ ਗੱਲ ਮੰਨਣੀ ਹੈ ਕਿ ਨਹੀਂ ਮੰਨਣੀ। ਗੁਰੂ ਸਾਹਿਬ ਜੀ ਫਰਮਾਇਆ, ਜੇ ਬਿਦ ਗੁਰ ਉਪਦੇਸ਼ਿਆ ਸੋ ਸੁਣ ਰਹੇ ਭਾਈ। ਭਾਈ ਕਰਕੇ ਕਹਿ ਰਹੇ ਸਾਨੂੰ, ਕਿਤਨੇ ਪਿਆਰ ਦੀ ਬਾਣੀ ਹੈ ਕਿ ਇਸ ਸ਼ਬਦ ਦੇ ਵਿੱਚ ਮੈਂ ਤੁਹਾਨੂੰ ਸਭ ਕੁਝ ਸਮਝਾਇਆ। ਆ ਭਾਈ ਤੂੰ ਇਸ ਮੇਰੀ ਗੱਲ ਤੇ ਗੌਰ ਕਰ, ਜੋ ਮੈਂ ਤੈਨੂੰ ਦੱਸਿਆ ਹੈ। ਹਾਂਜੀ। नानक कहत पुकार के गह प्रवसर नाई। ਗੁਰੂ ਸਾਹਿਬ ਜੀ ਸ਼ਬਦ ਸਮਾਪਤ ਕਰਦੇ ਹੋਏ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ, ਨਾਨਕ ਕਹਿਤ ਪੁਕਾਰ ਕੇ ਗਹੋ ਪ੍ਰਭ ਸਰਨਾਈ। ਕਹਿੰਦੇ ਆਓ ਮੇਰੀ ਗੱਲ ਮੰਨੋ, ਆਓ ਪ੍ਰਭੂ ਦੀ ਸ਼ਰਨ ਵਿੱਚ, ਆਓ ਸਤਿਗੁਰ ਦੀ ਸ਼ਰਨ ਵਿੱਚ। ਪ੍ਰਭੂ ਤੇ ਅਸੀਂ ਦੇਖਿਆ ਨਹੀਂ, ਰਾਮ ਅਸੀਂ ਦੇਖਿਆ ਨਹੀਂ। ਪ੍ਰਭੂ ਕਿਸ ਨੂੰ ਕਹਿ ਰਿਹਾ? ਆਪਣੇ ਸਤਿਗੁਰ ਦੀ ਵਡਿਆਈ ਕਰ ਰਿਹਾ ਨੌਵੀਂ ਪਾਤਸ਼ਾਹੀ। ਆਓ ਮਾਲਿਕ ਦੀ ਸ਼ਰਨ ਵਿੱਚ, ਆਓ ਸਾਧੂਆਂ ਮਹਾਤਮਾ ਦੀ ਸ਼ਰਨ ਵਿੱਚ। ਜਿਨ੍ਹਾਂ ਆਪ ਜਪਿਆ ਸੋ ਜਪਾਉਣਗੇ, ਜਿਨ ਲਖਿਆ ਸੋ ਲਿਖਾਏਗਾ, ਜਿਸ ਨੇ ਦੇਖਿਆ ਸੋ ਦਿਖਾਏਗਾ। ਆਓ ਸਤਿਗੁਰ ਦੀ ਸ਼ਰਨ ਵਿੱਚ। ਆਖਰੀ ਤੁਕ 'ਚ ਗੁਰੂ ਸਾਹਿਬ ਜੀ ਸ਼ਬਦ ਸਮਾਪਤ ਕਰ ਰਹੇ ਨੇ ਕਿ ਜੇ ਬਿਦ ਗੁਰ ਉਪਦੇਸ਼ਿਆ ਸੋ ਸੁਣ ਰਹੇ ਭਾਈ। ਸਾਰੀ ਬਾਣੀ ਮਹਾਂਪੁਰਸ਼ਾਂ ਨੇ ਕਿਤਨੇ ਪਿਆਰ ਦੀ ਬਾਣੀ ਲਿਖੀ ਹੈ, ਸਮਝਾਇਆ ਸਾਨੂੰ। ਜੇ ਬਿਦ ਗੁਰ ਉਪਦੇਸ਼ਿਆ ਸੋ ਸੁਣ ਰਹੇ ਭਾਈ, ਨਾਨਕ ਕਹਿਤ ਪੁਕਾਰ ਕੇ ਗਹੋ ਪ੍ਰਭ ਸ਼ਰਨਾਈ। ਆਖਰੀ ਤੁਕ ਵਿੱਚ ਗੁਰੂ ਸਾਹਿਬ ਨੇ ਕਹਿ ਦਿੱਤਾ, ਆਓ ਮਾਲਕ ਦੀ ਸ਼ਰਨ ਵਿੱਚ। ਮੈਂ ਤੁਹਾਨੂੰ ਸਭ ਕੁਝ ਦੱਸਿਆ, ਨਰਕਾਂ ਸਵਰਗਾਂ ਦੇ ਹਾਲ, ਯਾਰੀ ਦੋਸਤੀ ਤੇਰੀ ਦੱਸੀ ਹੈ, ਦੁਨੀਆ ਦੇ ਭੈਣ ਭਰਾਵਾਂ ਦਾ ਰਿਸ਼ਤਾ ਦੱਸਿਆ ਹੈ। ਕੁਛ ਨਹੀਂ ਹੈ, ਸਭ ਸੁਪਨਾ ਹੈ। ਆ ਜਾ ਮਾਲਕ ਦੀ ਸ਼ਰਨ ਵਿੱਚ, ਨਾਮ ਜਪ ਔਰ ਆਪਣੇ ਦੇਸ਼ ਚੱਲ। ਜੋ ਗੁਰੂ ਸਾਹਿਬ ਜੀ ਬਾਣੀ ਦੁਆਰਾ ਸਮਝਾ ਰਹੇ ਹੈ, ਠੀਕ ਸਮਝਾ ਰਹੇ ਹੈ। ਹਾਂਜੀ। नानक कहत पुकार के गह प्रवसर नाई।